ਸਟਾਰਟ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਵੀ ਥਾਟਫੁਲ ਦੇ। ਹਾਂਜੀ ਮਨੀਤ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਕਮਲ, ਮੈਂ ਬਿਲਕੁਲ ਠੀਕ ਠਾਕ ਹਾਂ, ਤੁਸੀਂ ਸੁਣਾਓ ਕਿੱਦਾਂ? ਹਾਂਜੀ ਵਧੀਆ। ਅਨੁਪਮ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਮੈਂ ਨਾ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੱਲ ਮੈਂ ਕਿਤੇ ਪੜ੍ਹ ਰਹੀ ਸੀਗੀ ਕਿ ਕਹਿੰਦੇ ਧੁੱਪਾਂ ਸਹਿ ਕੇ ਸ਼ਾਮ ਬਣ ਜਾਂਦੀ, ਧੀ ਬਣਦੀ ਫਿਰ ਮਾਂ ਬਣ ਜਾਂਦੀ, ਜਿਸ ਵੀ ਘਰ ਵਿੱਚ ਜੰਮਦੀ ਲੜਕੀ ਸੱਚੀ ਰੱਬ ਦੀ ਥਾਂ ਬਣ ਜਾਂਦੀ। ਇਹ ਲਾਈਨਸ ਮੈਨੂੰ ਬੜਾ ਸੋਚਣ ਲਈ ਮਜਬੂਰ ਕੀਤਾ ਕਿ ਚਾਹੇ ਲੜਕੀਆਂ ਲਈ ਸਾਰੇ ਕਹਿੰਦੇ ਆ ਇਹਨਾਂ ਨੂੰ ਐਮਪਾਵਰ ਕਰੋ, ਲੜਕੀ ਪੜ੍ਹਾਓ ਔਰ ਬਹੁਤ ਕੁਝ, ਪਰ ਕੀ ਇੰਨੀ ਇੰਪੋਰਟੈਂਸ ਇਹਨਾਂ ਨੂੰ ਮਿਲਣੀ ਸਟਾਰਟ ਹੋ ਗਈ ਹੈ ਸੋਸਾਇਟੀ 'ਚ? ਕਿਉਂਕਿ ਜਦੋਂ ਆਪਾਂ ਨਿਊਜ਼ਪੇਪਰ ਖੋਲਦੇ ਆ ਜਾਂ ਸੋਸ਼ਲ ਮੀਡੀਆ ਤੇ ਵੀ, ਤੇ ਕਿੰਨੇ ਕੇਸਿਸ ਸਾਹਮਣੇ ਆਉਂਦੇ ਆ ਜਿੱਥੇ ਗਰਲਸ ਦੀ ਐਕਸਪਲੋਇਟੇਸ਼ਨ ਦੀ ਗੱਲ ਆਉਂਦੀ, ਕਿੰਨੇ ਕ੍ਰਾਈਮਸ ਹੋ ਰਹੇ ਆ ਗਰਲਸ ਦੇ ਅਗੇਂਸਟ। ਚਾਹੇ ਗਵਰਨਮੈਂਟ ਨੇ ਬਹੁਤ ਸਾਰੇ ਰੂਲਸ ਬਣਾਤੇ ਹੋਏ ਆ ਕਿ ਉਹਨਾਂ ਨੂੰ ਬਰਾਬਰ ਅਧਿਕਾਰ ਮਿਲਣ ਹਰ ਜਗ੍ਹਾ, ਕਿਤੇ ਵੀ ਡਿਸਕ੍ਰਿਮੀਨੇਸ਼ਨ ਨਾ ਹੋਏ ਔਰ ਉਹਨਾਂ ਦੀ ਐਕਸਪਲੋਇਟੇਸ਼ਨ ਰੋਕੀ ਜਾ ਸਕੇ। ਪਰ ਹੱਲੇ ਵੀ ਆਈ ਥਿੰਕ ਪਹਿਲਾਂ ਨਾਲੋਂ ਨੋ ਡਾਊਟ ਫਰਕ ਪਿਆ ਆ, ਬਟ ਹੱਲੇ ਵੀ ਬਹੁਤ ਜ਼ਿਆਦਾ ਲੋੜ ਹੈ ਕਿ ਇਹਦੇ 'ਚ ਗਵਰਨਮੈਂਟ ਤੋਂ ਇਲਾਵਾ, ਸੁਸਾਇਟੀ ਤੋਂ ਇਲਾਵਾ ਗਰਲਸ ਕੀ ਕਰ ਸਕਦੀ ਆ ਕਿ ਉਹ ਲਾਈਫ 'ਚ ਆਉਣ ਵਾਲੇ ਚੈਲੰਜਸ ਤੋਂ ਬਚ ਸਕਣ ਜਾਂ ਉਹਨਾਂ ਨੂੰ ਅੱਛੀ ਤਰੀਕੇ ਨਾਲ ਫੇਸ ਕਰ ਸਕਣ। ਤੇ ਅੱਜ ਆਈ ਥਿੰਕ ਮੈਂ ਇਹਦੇ ਤੇ ਗੱਲਬਾਤ ਕਰਨਾ ਚਾਹਾਂਗੀ ਤੁਹਾਡੇ ਦੋਨਾਂ ਨਾਲ ਕਿ ਅਨੁਪਮ, ਤੁਹਾਡੇ ਤੋਂ ਤੁਹਾਡੇ ਵਿਚਾਰ ਇਹਦੇ ਬਾਰੇ 'ਚ ਜਾਣਨਾ ਚਾਹੁੰਦੀ ਹਾਂ ਕਿ ਆਪਾਂ ਕਹਿੰਦੇ ਕਿ ਨਾਰੀ ਸਸ਼ਕਤੀਕਰਨ ਸਮੇਂ ਦੀ ਮੰਗ ਹੈ, ਬਿਲਕੁਲ ਹੈ, ਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ ਕਮਲ, ਜਿੱਦਾਂ ਤੁਸੀਂ ਕਿਹਾ ਕਿ ਹੈ ਨਾ, ਬਹੁਤ ਸੋਹਣੀਆਂ ਤੁਸੀਂ ਪੰਕਤੀਆਂ ਵੀ ਬੋਲੀਆਂ ਕਿ ਜਿਹਦੇ ਵਿੱਚ ਰੱਬ ਦਾ ਦਰਜਾ ਦਿੱਤਾ ਜਾਂਦਾ ਇੱਕ ਔਰਤ ਨੂੰ, ਤੇ ਵਾਕਈ ਆਪਣੇ ਇਤਿਹਾਸਕਾਰਾਂ ਨੇ ਬਹੁਤ ਵਧੀਆ ਦਰਜਾ ਦਿੱਤਾ। ਔਰ ਸਾਨੂੰ ਵੀ ਪਤਾ ਹੈ ਕਿ ਇੱਕ ਔਰਤ ਦੀ ਕੀ ਹੈ ਨਾ ਹੈਸੀਅਤ ਹੈ, ਕੀ ਉਹਦੇ ਅੰਦਰ ਪੋਟੈਂਸ਼ੀਅਲ ਹੈ, ਹਰ ਚੀਜ਼ ਦੇ ਬਾਰੇ ਸਾਨੂੰ ਪਤਾ ਹੈ। ਲੇਕਿਨ ਕੀ ਅੱਜ ਕੱਲ੍ਹ ਵਾਕਈ ਉਹ ਚੀਜ਼ਾਂ ਹੈ ਜਿੱਦਾਂ ਤੁਸੀਂ ਹੁਣ ਪੁੱਛਿਆ ਹੀ ਹੈ ਕਿ ਵਾਕਈ ਸਸ਼ਕਤੀਕਰਨ ਦੀ ਮੰਗ ਜਾਇਜ਼ ਹੈ ਤੇ ਬਹੁਤ ਲੋੜ ਵੀ ਹੈ ਨਾ। ਗਵਰਨਮੈਂਟ ਨੇ ਨਾ, ਠੀਕ ਹੈ, ਬਹੁਤ ਸਾਰੇ ਲਾਜ਼ ਬਣਾਤੇ ਵੀ ਜਿਹਦੇ ਨਾਲ ਇੱਕ ਕੰਮ ਹੋਇਆ ਕਿ ਜਿਹੜਾ ਆਪਣਾ ਮੇਲ ਫੀਮੇਲ ਰੇਸ਼ੋ ਹੈ ਉਹ ਕਿਤੇ ਨਾ ਕਿਤੇ ਬਰਾਬਰੀ ਤੇ ਆ ਰਹੀ ਹੈ ਨਾ, ਉਹ ਵੀ ਇੱਕ ਬਹੁਤ ਵੱਡਾ ਕਦਮ ਹੈ, ਉਹ ਚੀਜ਼ ਪੂਰੀ ਹੋ ਰਹੀ ਹੈ। ਲੇਕਿਨ ਜਿੱਥੇ ਕਿਤੇ ਗੱਲ ਆਉਂਦੀ ਹੈ ਖੁੱਲ ਕੇ ਜੀਣ ਦੀ, ਜਿੱਥੇ ਕਿਤੇ ਗੱਲ ਆਉਂਦੀ ਆ ਆਪਣੀਆਂ ਖੁਆਇਸ਼ਾਂ ਨੂੰ ਪੂਰਾ ਕਰਦੇ ਹੋਏ ਜੀਣ ਦੀ, ਜਿੱਥੇ ਕਿਤੇ ਗੱਲ ਆਉਂਦੀ ਆ ਸਿਰ ਉੱਚਾ ਚੱਕ ਕੇ ਜੀਣ ਦੀ, ਤਾਂ ਉੱਥੇ ਕਿਤੇ ਨਾ ਕਿਤੇ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਹੋ ਚੁੱਕੀਆਂ, ਪਰ ਹਜੇ ਵੀ ਬਹੁਤ ਜਗ੍ਹਾ ਤੇ ਲੋੜ ਹੈ ਨਾਰੀ ਨੂੰ ਸਸ਼ਕਤੀਕਰਨ ਦੀ, ਔਰ ਉਹਨੂੰ ਆਪਣੀ ਸ਼ਕਤੀ ਪਛਾਣਨ ਦੀ ਵੀ ਲੋੜ ਹੈ ਤੇ ਸਮਾਜ ਨੂੰ ਵੀ, ਜਿਹਨੂੰ ਕਿ ਆਪਾਂ ਹੈ ਨਾ ਪਤਾ ਹੀ ਹੈ ਮਰਦ ਪ੍ਰਧਾਨ ਸਮਾਜ ਸਮਝਦੇ ਆ, ਤੇ ਕੁਝ ਜਗ੍ਹਾ ਤੇ ਉਹ ਹੈ ਵੀ, ਵਿਲੇਜ ਸਾਈਡ ਤੇ ਵੀ ਦੇਖੋ ਜਾਂ ਕੁਝ ਸ਼ਹਿਰਾਂ ਦੇ ਵਿੱਚ ਵੀ ਦੇਖੋ ਤਾਂ ਉਹ ਚੀਜ਼ਾਂ ਬਿਲਕੁਲ ਦੇਖਣ ਨੂੰ ਮਿਲਦੀਆਂ ਆ। ਤੇ ਉਹਦੇ ਵਿੱਚ ਇੱਕ ਸੋਚ ਨੂੰ ਬਦਲਣ ਦੀ ਬਹੁਤ ਵੱਡੀ ਜ਼ਰੂਰਤ ਹੈ। ਇੱਕ ਔਰਤ ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਵੇਂ ਕਹਿੰਦੇ ਨਾ ਕਿ ਇੱਕ ਮਰਦ ਪੜ੍ਹਿਆ ਤਾਂ ਉਹ ਇਕੱਲਾ ਪੜ੍ਹਿਆ, ਲੇਕਿਨ ਜੇ ਔਰਤ ਪੜ੍ਹੀ ਹੈ ਤਾਂ ਪੂਰਾ ਪਰਿਵਾਰ ਵੀ ਪੜ੍ਹ ਜਾਏਗਾ। ਅੱਗੇ ਜੇ ਪਰਿਵਾਰ ਉਹਦਾ ਪੂਰਾ ਪੜ੍ਹ ਗਿਆ ਤਾਂ ਕਿਤੇ ਨਾ ਕਿਤੇ ਉਹਦਾ ਸ਼ਹਿਰ, ਉਹਦਾ ਮੁਹੱਲਾ, ਉਹਦਾ ਸਮਾਜ, ਉਹ ਕਿਤੇ ਨਾ ਕਿਤੇ ਪੂਰੇ ਵਿਸ਼ਵ ਤੇ ਫਰਕ ਪਾ ਰਹੀ ਹੈ। ਸੋ ਇਹ ਚੀਜ਼ਾਂ ਬਿਲਕੁਲ ਸਮਝਣ ਦੀ ਲੋੜ ਹੈ। ਅੱਜ ਕੱਲ ਉਹ ਵੀ ਟਾਈਮ ਨਹੀਂ ਹੈ ਕਿ ਹੈ ਨਾ ਅਸੀਂ ਕੁੜੀ ਤੋਂ ਇਹ ਐਕਸਪੈਕਟ ਕਰੀਏ ਵੀ ਕੋਈ ਨਹੀਂ ਜੀ, ਪਹਿਲਾਂ ਮਾਪਿਆਂ ਦੇ ਹਿਸਾਬ ਨਾਲ ਜੀ ਲਓ ਤੇ ਬਾਅਦ ਵਿੱਚ ਕੋਈ ਨਹੀਂ, ਆਪਣਾ ਕੁਝ ਨਹੀਂ ਹੈਗਾ, ਸਾਰਾ ਸਹੁਰਿਆਂ ਦੇ ਹਿਸਾਬ ਨਾਲ ਜੀ ਲਓ। ਫਰੈਂਡ, ਇਹ ਸਾਨੂੰ ਚੰਗੀ ਤਰ੍ਹਾਂ ਸਮਝ ਜਾਣਾ ਚਾਹੀਦਾ ਆ ਕਿ ਇੱਕ ਔਰਤ ਵੀ ਲਾਈਫ ਮਿਲੀ ਆ, ਇਹ ਨਹੀਂ ਹੈ ਕਿ ਉਹਨੇ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੇ ਅਨੁਸਾਰ ਚਾਹ ਦੇ ਨਾਲ ਲਾਈਫ ਜੀਣ ਲਈ ਕੋਈ ਨਵਾਂ ਜਨਮ ਉਹਨੂੰ ਮਿਲਣਾ, ਤੇ ਉਹਨੂੰ ਆਪਣੀ ਖੁਆਇਸ਼, ਜਿਹੜੀਆਂ ਵੀ ਉਹਦੀਆਂ ਇੱਛਾਵਾਂ ਆ, ਖੁਆਇਸ਼ਾਂ ਆ, ਉਹ ਪੂਰੀਆਂ ਕਰਕੇ ਫਿਰ ਉਹ ਆਪਣਾ ਪ੍ਰੋਫੈਸ਼ਨ ਜਾਂ ਆਪਣਾ ਕਰੀਅਰ ਚੂਜ਼ ਕਰਨ ਦੀ ਉਹਦੇ 'ਚ ਸਮਰੱਥਾ ਵੀ ਹੋਣੀ ਚਾਹੀਦੀ ਹੈ, ਤੇ ਉਹਨੂੰ ਇਹਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ ਨਾ। ਆਪਣਾ ਕੈਲੀਬਰ ਉਹ ਯੂਜ਼ ਕਰਕੇ ਆਪਣਾ ਜੋ ਵੀ ਉਹਦੇ ਲਾਈਫ ਦੇ ਟਾਰਗੇਟਸ ਆ ਉਹਨੂੰ ਅਚੀਵ ਕਰੇ। ਤੇ ਉਹਦੇ ਵਿੱਚ ਸਸ਼ਕਤੀਕਰਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤਾਂ ਕਿ ਉਹਨੂੰ ਇਸ ਤਰ੍ਹਾਂ ਨਾ ਫੀਲ ਹੋਵੇ ਕਿ ਹਾਂ ਵੀ ਮੈਂ ਤਾਂ ਆਪਣੇ ਹਿਸਾਬ ਨਾਲ ਕੁਝ ਕਰ ਨਹੀਂ ਸਕਦੀ। ਉਹਨੂੰ ਹਰ ਪੱਖੋਂ ਚਾਹੇ ਸੋਸ਼ਲ, ਚਾਹੇ ਇਕਨੋਮਿਕਲ, ਚਾਹੇ ਮੈਂਟਲੀ, ਉਹਨੂੰ ਆਪਣੇ ਆਪ ਵੀ ਅੰਦਰ ਵੀ ਫੀਲ ਹੋਣਾ ਚਾਹੀਦਾ ਕਿ ਉਹ ਪਾਵਰਫੁਲ ਹੈ, ਔਰ ਉਹਨੂੰ ਇਹ ਐਮਪਾਵਰਮੈਂਟ ਜਿੱਥੇ ਕਿਤੇ ਲੋੜ ਹੈ ਤਾਂ ਸਾਡੇ ਸਮਾਜ ਨੂੰ ਵੀ ਬਦਲਣ ਦੀ ਲੋੜ ਹੈ। ਸੋ ਮੈਂ ਤਾਂ ਕਹੂੰਗੀ ਬਿਲਕੁਲ ਜੀ, ਬਿਲਕੁਲ ਅੱਜ ਕੱਲ੍ਹ ਬਹੁਤ ਲੋੜ ਹੈ ਸਸ਼ਕਤੀਕਰਨ ਦੀ। ਹਾਂਜੀ ਕਮਲ। ਹਾਂਜੀ ਅਨੁਪਮ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਬਹੁਤ ਜ਼ਿਆਦਾ ਲੋੜ ਹੈਗਾ, ਕਿ ਹੈਗੀ ਹੈ ਇਹ ਕਿ ਕਹਿੰਦੇ ਕਿ ਹਾਈ ਟਾਈਮ ਹੈ ਹੁਣ, ਕਿ ਹੁਣ ਕਿਉਂਕਿ ਮਾਹੌਲ ਬਿਲਕੁਲ ਬਦਲ ਗਿਆ। ਪਹਿਲਾਂ ਪੁਰਾਣੇ ਟਾਈਮ 'ਚ ਜਿੱਦਾਂ ਵੀ
ਸਟਾਰਟ ਹੋਈ ਕਿ ਲੜਕੀਆਂ ਨੂੰ ਦਬਾਉਣ ਦੀ ਔਰ ਚੱਲਦਾ ਰਿਹਾ ਕਿ ਉਹ ਫਾਦਰ ਦੇ ਹਿਸਾਬ ਨਾਲ ਪਹਿਲੇ ਜੀਨ ਫੈਮਿਲੀ ਦੇ ਹਿਸਾਬ ਨਾਲ ਫਿਰ ਸਹੁਰੇ ਘਰ ਜਾ ਕੇ ਸਾਰਾ ਕੁਝ ਉਹਨਾਂ ਦੇ ਹਿਸਾਬ ਨਾਲ ਕਰਦੀਆਂ ਸੀਗੀਆਂ ਪਰ ਜਿੱਦਾਂ ਜਿੱਦਾਂ ਜਾਗ੍ਰਿਤੀ ਆਈ ਥੋੜੀ ਤੇ ਲੋਕਾਂ 'ਚ ਅਵੇਅਰਨੈਸ ਆਈ ਕਿ ਇਹਦੇ ਖਿਲਾਫ ਬੋਲਣ ਦੀ ਲੋੜ ਹੈ ਬਹੁਤ ਸਾਰੇ ਕਦਮ ਉਠਾਏ ਗਏ ਗਵਰਨਮੈਂਟ ਵੱਲੋਂ ਵੀ ਸੁਸਾਇਟੀ ਵੱਲੋਂ ਵੀ ਪਰ ਕਿਤੇ ਕਿਤੇ ਹੱਲੇ ਵੀ ਜਿੱਦਾਂ ਅਨੁਪਮ ਨੇ ਕਲੀਅਰ ਕੀਤਾ ਕਿ ਗਰਲਸ ਦੇ ਪੁਆਇੰਟ ਆਫ ਵਿਊ ਤੋਂ ਅਗਰ ਦੇਖੀਏ ਤੇ ਉਹਨਾਂ ਨੂੰ ਹਰ ਜਗ੍ਹਾ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਤਾਂ ਉਹਨਾਂ ਨੂੰ ਐਮਪਾਵਰਮੈਂਟ ਦੀ ਲੋੜ ਹੈ ਤੇ ਮਨੀਤ ਤੋਂ ਮੇਰਾ ਕੁਐਸਚਨ ਹੈ ਕਿ ਇਹਦੇ 'ਚ ਫੈਮਿਲੀ ਦਾ ਕੀ ਰੋਲ ਹੈ ਨਾਰੀ ਸਸ਼ਕਤੀਕਰਨ ਦੇ ਵਿੱਚ ਕਿ ਉਹ ਕਿਸ ਤਰ੍ਹਾਂ ਗਰਲਸ ਨੂੰ ਸਟਰੋਂਗ ਬਣਾ ਸਕਦੀਆਂ ਕਿ ਅੱਗੇ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮਸ ਨਾ ਆਉਣ ਹਾਂਜੀ ਹਾਂਜੀ ਕਵਲ, ਤੁਸੀਂ ਬਹੁਤ ਸੋਹਣਾ ਮੈਨੂੰ ਇਹ ਕੁਐਸਚਨ ਜਿਹੜਾ ਹੈਗਾ ਪੁੱਟ ਕੀਤਾ ਹੈ ਕਿ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਜਿਹੜੀ ਵੂਮਨ ਇੰਪਾਵਰਮੈਂਟ ਦੀ ਗੱਲ ਕਰੀਏ ਜਾਂ ਗਰਲਸ ਇੰਪਾਵਰਮੈਂਟ ਦੀ ਗੱਲ ਕਰੀਏ, ਮੈਨੂੰ ਤਾਂ ਲੱਗਦਾ ਸ਼ੁਰੂ ਹੀ ਪਰਿਵਾਰ ਤੋਂ ਹੁੰਦੀ ਹੈ। ਪਰਿਵਾਰ ਦੇ ਵਿੱਚ ਜੀ ਬਹੁਤ ਵੱਡਾ ਯੋਗਦਾਨ ਆ। ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਪੇਰੈਂਟ ਦਾ ਇਹਦੇ ਵਿੱਚ ਇੱਕ ਸਪੈਸ਼ਲ ਇਹਦਾ ਸਥਾਨ ਆ ਪੇਰੈਂਟ ਦਾ। ਤਾਂ ਪੇਰੈਂਟ ਦੇ ਵਿੱਚ ਸਪੈਸ਼ਲ ਸਥਾਨ ਆ। ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਪੇਰੈਂਟ ਨੂੰ ਅਗਰ ਫੈਮਿਲੀ ਦੇ ਵਿੱਚ ਮਤਲਬ ਲੜਕੀ ਲਕਸ਼ਮੀ ਆ ਘਰ ਦੇ ਵਿੱਚ, ਤਾਂ ਉਹਦੀ ਐਜੂਕੇਸ਼ਨ ਦੇ ਲਈ ਸਭ ਤੋਂ ਉਹਦੀ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਪ੍ਰਾਇੋਰਟੀ ਹੋਣੀ ਚਾਹੀਦੀ ਆ। ਤਾਂ ਨੋ ਡਾਊਟ ਅੱਜ ਦਾ ਟਾਈਮ ਬਹੁਤ ਬਦਲ ਚੁੱਕਾ ਆ ਤੇ ਅੱਜ ਕੱਲ ਜਿਹੜੀਆਂ ਲੜਕੀ ਦੀ ਆ ਜਿਹੜੀ ਹੈਗੀ ਆ ਜਿਹੜੀ ਸਿੱਖਿਆ ਵਾ ਜਾਂ ਐਜੂਕੇਸ਼ਨ ਆ ਉਹਦੇ ਉੱਤੇ ਧਿਆਨ ਦਿੱਤਾ ਜਾਂਦਾ, ਪਰ ਫਿਰ ਵੀ ਮੈਨੂੰ ਲੱਗਦਾ ਕਿ ਇਹ ਮਤਲਬ ਇਹ ਚੀਜ਼ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੋਈ। ਫਿਰ ਵੀ ਕੁਝ ਰੀਜ਼ਨਸ ਕਰਕੇ ਜਿਹੜੀ ਹੈਗੀ ਆ ਲੜਕੀਆਂ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਇਗਨੋਰ ਕੀਤਾ ਜਾਂਦਾ ਰੈਦਰ ਦੈਨ ਕਿ ਉਹਦੀ ਐਜੂਕੇਸ਼ਨ ਪੂਰੀ ਹੋਵੇ, ਉਹ ਆਪਣੇ ਪੈਰਾਂ ਤੇ ਖੜੀ ਹੋਵੇ ਜਾਂ ਸੈਲਫ ਡਿਪੈਂਡੈਂਟ ਹੋਵੇ। ਉਹਦੀ ਸ਼ਾਦੀ ਵੱਲ ਫਿਰ ਵੀ ਕੁਝ ਪੇਰੈਂਟਸ ਇਹੋ ਜਿਹੇ ਹੈਗੇ, ਆਮ ਵੈਰੀ ਸੌਰੀ ਟੂ ਸੇ ਦਿਸ, ਕਿ ਉਹਦੇ ਜਿਹੜੀ ਹੈਗੀ ਆ ਉਹਦੀ ਐਜੂਕੇਸ਼ਨ ਦੇ ਨਾਲੋਂ ਉਹਦੀ ਜਿਹੜੀ ਹੈਗੀ ਆ ਉਹਦੀ ਮੈਰਿਜ ਦੇ ਵੱਲ ਜ਼ਿਆਦਾ ਧਿਆਨ ਦਿੰਦੇ ਆ। ਠੀਕ ਆ, ਤੇ ਸਭ ਤੋਂ ਪਹਿਲਾਂ ਕਿ ਪੇਰੈਂਟਸ ਨੂੰ ਐਜੂਕੇਸ਼ਨ ਦੇ ਵੱਲ ਧਿਆਨ ਦੇਣਾ ਚਾਹੀਦਾ। ਪ੍ਰੋਪਰ ਐਜੂਕੇਸ਼ਨ ਦੇਣੀ ਚਾਹੀਦੀ ਆ, ਕਿਉਂਕਿ ਕਹਿੰਦੇ ਹੁੰਦੇ ਨਾ ਕਿ ਤੁਹਾਡੇ ਕੋਲੋਂ ਕਦੇ ਵੀ ਸਭ ਕੁਝ ਖੋਇਆ ਜਾ ਸਕਦਾ, ਪਰ ਇੱਕ ਚੀਜ਼ ਆ ਜਿਹੜੀ ਤੁਹਾਡੇ ਤੋਂ ਕੋਈ ਵੀ ਨਹੀਂ ਖੋ ਸਕਦਾ, ਉਹ ਹੈਗੀ ਜੀ ਵਿਦਿਆ, ਉਹ ਹੈਗੀ ਜੀ ਤੁਹਾਡੀ ਸਿੱਖਿਆ। ਤਾਂ ਇਹ ਤਾਂ ਮੈਨੂੰ ਲੱਗਦਾ ਇਹ ਤਾਂ ਅਮੁੱਲ ਗਹਿਣਾ ਆ ਜਿਹੜਾ ਕਦੇ ਕਿਸੇ ਤੋਂ ਕੋਈ ਮਤਲਬ ਕੁਝ ਖੋ ਨਹੀਂ ਸਕਦਾ, ਕੋਈ ਵੀ ਖੋ ਨਹੀਂ ਸਕਦਾ। ਤਾਂ ਐਜੂਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੈਕਿੰਡ, ਮੈਨੂੰ ਲੱਗਦਾ ਕਿ ਪੇਰੈਂਟ ਨੂੰ ਜਿਹੜਾ ਹੈਗਾ ਕੁੜੀਆਂ ਨੂੰ ਸੈਲਫ ਜਿਹੜਾ ਹੈਗਾ ਇੰਡੀਪੈਂਡੈਂਟ ਬਣਾਉਣਾ ਚਾਹੀਦਾ। ਸੈਲਫ ਇੰਡੀਪੈਂਡੈਂਟ ਦਾ ਇੱਥੇ ਮੇਰਾ ਮਤਲਬ ਇਹ ਆ ਕਿ ਜਿਹੜੀ ਹੈਗੀਆਂ ਘਰ ਦੇ ਵਿੱਚ ਜਿਹੜੀਆਂ ਮਾਵਾਂ ਆਪਣੀਆਂ ਲੜਕੀਆਂ ਨੂੰ ਸਿੱਖਿਆ ਦਿੰਦੀਆਂ, ਕੁਕਿੰਗ ਨਾਲ ਰਿਲੇਟਡ ਉਹਨਾਂ ਨੂੰ ਸਿਖਾਉਂਦੀਆਂ ਵਾ, ਜਾਂ ਘਰ ਨੂੰ ਸੁਚੱਜੇ ਢੰਗ ਦੇ ਨਾਲ ਸੰਚਾਰੂ ਜਿਹੜਾ ਹੈਗਾ ਇੱਕ ਬਹੁਤ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਨਾਲ ਨੋ ਡਾਊਟ ਨਾਲ ਉਹ ਟ੍ਰੇਨਿੰਗ ਵੀ ਦਿੰਦੀਆਂ। ਠੀਕ ਆ, ਇੱਥੇ ਪਰ ਮੈਂ ਇੱਥੇ ਇਹਨਾਂ ਚੀਜ਼ਾਂ ਦੇ ਨਾਲ ਨਾਲ ਇੱਕ ਪਰਿਵਾਰ ਨੂੰ ਇਹ ਚਾਹੀਦਾ ਕਿ ਉਹ ਕੁੜੀਆਂ ਨੂੰ ਬਾਹਰਲੇ ਜਿਹੜੇ ਕੰਮ ਆ ਉਹ ਖੁਦ ਕਰਨ ਨੂੰ ਵੀ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ। ਇੱਥੇ ਛੋਟੀ ਜਿਹੀ ਐਗਜ਼ਾਮਪਲ ਆ, ਜਿੱਦਾਂ ਸਪੋਜ਼ 18 ਈਅਰ ਤੋਂ ਬਾਅਦ ਜਿਹੜਾ ਹੈਗਾ ਕਿ ਆਪਾਂ ਡਰਾਈਵਿੰਗ ਲਾਇਸੈਂਸ ਬਣਾਉਂਦੇ ਆ, ਮੁੰਡੇ ਵੀ ਬਣਾਉਂਦੇ, ਅੱਜ ਕੱਲ ਤਾਂ ਕੁੜੀਆਂ ਵੀ ਪਿੱਛੇ ਨਹੀਂ ਹੈਗੀਆਂ ਜੀ, ਕੁੜੀਆਂ ਵੀ ਡਰਾਈਵਿੰਗ ਲਾਇਸੈਂਸ ਬਣਾਉਂਦੀਆਂ ਹਨਾ। ਤੇ ਪੇਰੈਂਟ ਨੂੰ ਇਹ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਜਿਹੜੇ ਕੰਮ ਆ ਪਹਿਲਾਂ ਕੁੜੀਆਂ ਨੂੰ ਖੁਦ ਉਹਨਾਂ ਨੂੰ ਪੂਰੀ ਗਾਈਡੈਂਸ ਦੇ ਕੇ ਕੁੜੀਆਂ ਨੂੰ ਖੁਦ ਕਰਨ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਤੇ ਇੱਥੇ ਮੈਂ ਕੁੜੀਆਂ ਨੂੰ ਵੀ ਕਹਿਣਾ ਚਾਹਾਂਗੀ ਕਿ ਘਰ ਦੇ ਨਾਲ ਨਾਲ ਐਜੂਕੇਸ਼ਨ ਦੇ ਨਾਲ ਨਾਲ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਵੀ ਸੈਲਫ ਇੰਡੀਪੈਂਡੈਂਟ ਹੋਣਾ ਪਏਗਾ ਹੀ ਪਏਗਾ, ਸੋ ਦੈਟ ਤੁਹਾਨੂੰ ਪਤਾ ਲੱਗੇਗਾ ਕਿ ਬਾਹਰਲੀ ਦੁਨੀਆ ਦੇ ਨਾਲ ਤੁਸੀਂ ਕਿੱਦਾਂ ਵਿਚਰਨਾ, ਬਾਹਰਲੇ ਕੰਮ ਜਿਹੜੇ ਹੈਗੇ ਆ ਉਹ ਤੁਸੀਂ ਕਿੱਦਾਂ ਕਰਨੇ ਆ। ਇਹਦੇ ਨਾਲ ਜਿਹੜਾ ਤੁਹਾਡੇ ਦੇ ਵਿੱਚ ਜਿਹੜਾ ਹੈ ਕੌਨਫੀਡੈਂਸ ਹੋਰ ਜ਼ਿਆਦਾ ਬਿਲਡ ਹੋਏਗਾ ਅਤੇ ਆਪਣੀ ਲਾਈਫ ਦੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਐਕਸਪੀਰੀਅੰਸ ਹੋਏਗਾ। ਸੋ ਵੀ ਨੋ ਦੈਟ ਕਿ ਲਾਈਫ ਸੋ ਅਨਸਰਟਨ ਆ, ਕਦੇ ਵੀ ਸਾਨੂੰ ਇਹ ਨਹੀਂ ਪਤਾ ਕਿ ਅਗਲੇ 1 ਮਿੰਟ ਦੇ ਵਿੱਚ ਜਿਹੜਾ ਹੈਗਾ ਕਿ ਕੀ ਹੋ ਜਾਣਾ, ਸਾਨੂੰ ਨਹੀਂ ਪਤਾ। ਤਾਂ ਜਿਹੜਾ ਹੈਗਾ ਪਰਿਵਾਰ ਨੂੰ ਇਸ ਚੀਜ਼ ਦੇ ਨਾਲ ਨਾਲ ਗਰਲਸ ਨੂੰ ਜਿਹੜਾ ਹੈਗਾ ਇਮੋਸ਼ਨਲੀ ਔਰ ਮੈਂਟਲੀ ਵੀ ਜਿਹੜਾ ਸਟਰੋਂਗ ਬਣਾਉਣਾ ਚਾਹੀਦਾ ਵਾ। ਠੀਕ ਹੈ, ਫਿਜ਼ੀਕਲ ਦੀ ਅਸੀਂ ਗੱਲ ਕਰਦੇ, ਐਜੂਕੇਸ਼ਨ ਦੀ ਗੱਲ ਕਰਦੇ, ਪਰ ਮੈਂਟਲੀ ਤੇ ਇਮੋਸ਼ਨਲੀ ਵੀ ਸਟਰੋਂਗ ਬਣਾਉਣਾ ਚਾਹੀਦਾ। ਮੈਨੂੰ ਤਾਂ ਇੰਡੀਆ ਦੇ ਵਿੱਚ ਤਾਂ ਮੈਨੂੰ ਲੱਗਦਾ ਮੈਂਟਲ ਹੈਲਥ ਦੀ ਤਾਂ ਕਦੇ ਕੋਈ ਗੱਲ ਹੁੰਦੀ ਨਹੀਂ ਹੈ ਨਾ। ਜੇ ਕੋਈ ਇੰਡੀਆ ਦੇ ਵਿੱਚ ਜੇ ਕੋਈ ਸਪੈਸ਼ਲੀ ਮਤਲਬ ਸਾਡੇ ਸਮਾਜ ਦੇ ਜੇਕਰ ਕੋਈ ਵੀ ਇਹ ਔਰਤ ਜਾਂ ਕੋਈ ਲੜਕੀ ਕਹਿੰਦੀ ਕਿ ਮੈਨੂੰ ਡਿਪਰੈਸ਼ਨ ਆ, ਤਾਂ ਅੱਗੋਂ ਕੀ ਕਿਹਾ ਜਾਂਦਾ, ਨਖਰੇ ਕਰਦੀ ਆ, ਕਿਹੜਾ ਡਿਪਰੈਸ਼ਨ ਆ, ਸਾਨੂੰ ਤਾਂ ਕਦੇ ਹੋਇਆ ਨਹੀਂ। ਮਤਲਬ ਅਸੀਂ ਇਸ ਚੀਜ਼ ਨੂੰ ਸੀਰੀਅਸ ਲੈ ਨਹੀਂ ਰਹੇ।
ਹਨਾ? ਤਾਂ ਪੇਰੈਂਟ ਨੂੰ ਮੈਂਟਲੀ ਐਂਡ ਜਿਹੜਾ ਹੈਗਾ ਵਾ ਇਮੋਸ਼ਨਲੀ ਗਰਲਸ ਨੂੰ ਸਟਰੋਂਗ ਬਣਾਉਣਾ ਚਾਹੀਦਾ। ਤਾਂ ਇਹਦੇ ਨਾਲ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹਾਂਗੀ ਕਿ ਪੇਰੈਂਟਸ ਨੂੰ ਇਹ ਜ਼ਰੂਰ ਜੇਕਰ ਉਹ ਐਜੂਕੇਸ਼ਨ ਲਈ ਐਜੂਕੇਸ਼ਨ ਨੂੰ ਇੰਪੋਰਟੈਂਸ ਦੇ ਰਹੇ ਆ, ਆਪਣੀ ਬੇਟੀ ਦੀ ਐਜੂਕੇਸ਼ਨ ਦੇ ਲਈ ਉਹ ਪੈਸਾ ਖਰਚ ਕਰ ਰਹੇ ਆ, ਉਹਨੂੰ ਇੰਪੋਰਟੈਂਸ ਦੇ ਰਹੇ ਆ, ਉਹਨੂੰ ਹਰ ਤਰ੍ਹਾਂ ਦੀ ਬਹੁਤ ਅੱਛੀ ਪਰਵਰਿਸ਼ ਦੇ ਰਹੇ ਆ, ਤਾਂ ਉੱਥੇ ਮੈਂ ਇੱਕ ਚੀਜ਼ ਉਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਗਰਲਸ ਨੂੰ ਜਿਹੜਾ ਹੈਗਾ ਸੈਲਫ ਜਿਹੜਾ ਡਿਫੈਂਸ ਦੇ ਲਈ ਵੀ ਕੋਈ ਨਾ ਕੋਈ ਟ੍ਰੇਨਿੰਗ ਜ਼ਰੂਰ ਦਿਵਾਉਣੀ ਚਾਹੀਦੀ ਹੈ, ਚਾਹੇ ਉਹ ਮਾਰਸ਼ਲ ਆਰਟ ਆ, ਐਨੀ ਕੁਝ ਵਟਐਵਰ ਕੁਝ ਵੀ ਹੈ, ਉਹ ਜ਼ਰੂਰ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਪੇਰੈਂਟਸ ਨੂੰ ਦਿਵਾਉਣੀ ਚਾਹੀਦੀ ਆ। ਇਹ ਦਿਵਾਉਣੀ ਚਾਹੀਦੀ ਹੈ ਕਿ ਜਿਹੜਾ ਹੈਗਾ ਕਿ ਗਰਲਸ ਜਿਹੜਾ ਹੈਗਾ ਇਹਦੇ ਨਾਲ ਹੋਰ ਵੀ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਕੁੜੀਆਂ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਸੈਲਫ ਜਿਹੜਾ ਹੈਗਾ ਉਹਦੇ ਇੱਕ ਜਿਹੜੀ ਸੈਲਫ ਕੌਨਫੀਡੈਂਟ ਬੂਸਟ ਹੋਵੇਗਾ ਹੀ ਹੋਵੇਗਾ, ਤੇ ਜਿਹੜਾ ਉਹਦੇ ਨਾਲ ਜਿਹੜਾ ਕਿ ਉਹ ਬਾਹਰਲੀ ਦੁਨੀਆ ਦੇ ਵਿੱਚ ਜਿਹੜਾ ਉਹ ਹੋਰ ਅੱਛੀ ਤਰ੍ਹਾਂ ਦੇ ਨਾਲ ਵਿਚਰ ਸਕਦੀਆਂ ਔਰ ਇੱਕ ਸਮਾਜ ਨੂੰ ਇੱਕ ਸਹੀ ਸੇਧ ਦੇ ਸਕਦੀਆਂ, ਸਮਾਜ ਨੂੰ ਇੱਕ ਸਹੀ ਢੰਗ ਦੇ ਨਾਲ ਜਿਹੜਾ ਹੈਗਾ ਉਹ ਅਗਵਾਈ ਪ੍ਰਦਾਨ ਕਰ ਸਕਦੀਆਂ। ਜੀ ਹਾਂਜੀ ਮਨੀਤ, ਬਿਲਕੁਲ ਸਹੀ ਕਿ ਆਪਾਂ ਕਹਿੰਦੇ ਆ ਕਿ ਕੁੜੀਆਂ ਨੂੰ ਪਹਿਲਾਂ ਹੀ ਸਟਰੋਂਗ ਬਣਾਇਆ ਜਾਏ, ਇੰਡੀਪੈਂਡੈਂਟ ਬਣਾਇਆ ਜਾਏ, ਤਾਂ ਕਿ ਅੱਗੇ ਜਾ ਕੇ ਉਹ ਚੈਲੰਜਸ ਨੂੰ ਫੇਸ ਕਰ ਸਕਣ ਬੜੇ ਆਰਾਮ ਨਾਲ, ਉਹਨਾਂ ਨੂੰ ਕਿਤੇ ਵੀ ਡਿਪਰੈਸ਼ਨ ਵਰਗੀ ਪ੍ਰੋਬਲਮਸ ਵੱਲ ਨਾ ਜਾਣਾ ਪਵੇ। ਬਟ ਉਹ ਨੀਂਹ ਤਾਂ ਰੱਖੀ ਜਾਣੀ ਹੈ ਪਰਿਵਾਰ ਤੋਂ, ਜਿੱਥੇ ਲੜਕੀ ਦਾ ਜਨਮ ਹੁੰਦਾ, ਜਿਹੜੇ ਪੇਰੈਂਟਸ ਪਾਲਦੇ ਆ ਉਹ ਕਿੱਦਾਂ ਦਾ ਐਨਵਾਇਰਨਮੈਂਟ ਦਿੰਦੇ ਆ, ਕਿੰਨਾ ਕੁ ਸਪੋਰਟ ਕਰਦੇ ਆ, ਕਿੰਨਾ ਕੁ ਫਰੀडम ਦਿੰਦੇ ਆ, ਉੱਥੋਂ ਹੀ ਤਾਂ ਗੱਲ ਸ਼ੁਰੂ ਹੁੰਦੀ ਆ। ਕਿਉਂਕਿ ਜੇ ਪਹਿਲੇ ਜਦੋਂ ਪੇਰੈਂਟਸ ਕੋਲ ਰਹਿ ਰਹੀ ਹੈ ਲੜਕੀ, ਉਹਨੂੰ ਕੋਈ ਸਪੋਰਟ ਨਾ ਕਰੇ, ਉਹਨੂੰ ਕਿਤੇ ਇਕੱਲੇ ਕੋਈ ਇੰਡੀਪੈਂਡੈਂਟਲੀ ਕੰਮ ਕਰਨ ਨਾ ਦਿੱਤਾ ਜਾਏ, ਤੇ ਕਿੱਦਾਂ ਐਕਸਪੈਕਟ ਕਰ ਸਕਦੇ ਆ ਕਿ ਬਾਅਦ ਚ ਉੱਤੇ ਕੋਈ ਪ੍ਰੋਬਲਮ ਆ ਗਈ, ਬਾਈ ਚਾਂਸ ਉਹਨੂੰ ਸਾਰਾ ਕੁਝ ਖੁਦ ਹੀ ਹੈਂਡਲ ਕਰਨਾ ਪੈ ਗਿਆ, ਤੇ ਉਹ ਕਰ ਲੇਗੀ, ਕਿਉਂਕਿ ਉਹ ਨਾ ਮੈਂਟਲੀ ਪ੍ਰਿਪੇਅਰ ਹੈ, ਨਾ ਉਹਨੂੰ ਮੌਕਾ ਹੀ ਮਿਲਿਆ ਕਦੀ ਕੋਈ ਕੰਮ ਕਰਨ ਦਾ। ਤੇ ਬਿਲਕੁਲ ਸਹੀ ਕਿ ਛੋਟੇ ਮੋਟੇ ਕੰਮ ਜਿਹੜੇ ਬਾਹਰ ਗਰਲਸ ਦੇ ਹੁੰਦੇ ਆ ਜਾਂ ਕਿਸੇ ਦੇ ਵੀ ਫੈਮਿਲੀ ਹੁੰਦੇ ਆ, ਉਹਨਾਂ ਨੂੰ ਇੰਡੀਪੈਂਡੈਂਟਲੀ ਹੈਂਡਲ ਕਰਨ ਦੀ ਪਰਮਿਸ਼ਨ ਹੋਣੀ ਚਾਹੀਦੀ ਆ, ਉਹਨਾਂ ਤੇ ਕਮਲ ਮੈਂ ਟਰਸਟ ਇੱਥੇ ਕਰਦੇ ਹੋਏ। ਜੀ ਕਮਲ ਮੈਂ ਇੱਥੇ ਇੱਕ ਚੀਜ਼, ਸੌਰੀ ਮੈਂ ਤੁਹਾਨੂੰ ਵਿੱਚ ਇੰਟਰਪਟ ਕਰੀ, ਇੱਥੇ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗੀ। ਪੇਰੈਂਟ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਉਹ ਆਪਣੀਆਂ ਕੁੜੀਆਂ ਦੇ ਉੱਪਰ ਟਰਸਟ ਜ਼ਰੂਰ ਰੱਖਣ। ਅਗਰ ਪੇਰੈਂਟ ਨੂੰ, ਇੱਕ ਮਾਂ ਪਿਓ ਨੂੰ ਆਪਣੀ ਬੇਟੀ ਦੇ ਉੱਪਰ ਵਿਸ਼ਵਾਸ ਹੋਏਗਾ, ਟਰਸਟ ਹੋਏਗਾ, ਤਾਂ ਡੈਫੀਨੇਟਲੀ ਹੈਗੀ ਆ ਕਿ ਉਹ ਉਹਨਾਂ ਦੀ ਬੇਟੀ ਜਾਂ ਉਹ ਕੁੜੀ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੋਹਣਾ ਜਿਹੜਾ ਹੈਗਾ ਉਹ ਅੱਗੇ ਕੁਛ ਨਾ ਕੁਛ ਕਰ ਸਕਦੀ ਹੈ, ਚਾਹੇ ਉਹ ਐਕੈਡੈਮਿਕ ਹੋਵੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਹਨਾ? ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਉਹਨੂੰ, ਇੰਨੀ ਫਰੀडम ਜ਼ਰੂਰ, ਵਿਸ਼ਵਾਸ ਕਰਕੇ ਟਰਸਟ ਕਰਕੇ ਉਹਨੂੰ ਇੰਨੀ ਫਰੀडम ਜ਼ਰੂਰ ਦੇਣੀ ਚਾਹੀਦੀ ਜਿੱਥੇ ਉਹ ਆਪਣੇ ਅੱਛੇ ਬੁਰੇ ਜਾਂ ਕੋਈ ਛੋਟੇ ਛੋਟੇ ਡਿਸੀਜਨ ਲੈ ਸਕੇ। ਜਦੋਂ ਛੋਟੇ ਛੋਟੇ ਡਿਸੀਜਨ ਲਏਗੀ ਤਾਂ ਉਹਨੂੰ ਅੱਗੇ ਹੋਰ ਜ਼ਿਆਦਾ ਇਹਨਾਂ ਚੀਜ਼ਾਂ ਦਾ ਲਾਈਫ 'ਚ ਡਿਸੀਜਨ ਮੇਕਿੰਗ ਐਕਸਪੀਰੀਅੰਸ ਜਿਹਨੂੰ ਆਪਾਂ ਕਹਿੰਦੇ ਆ ਅੱਛੀ ਤਰ੍ਹਾਂ ਜਿਹੜਾ ਹੈਗਾ ਉਹ ਹੋਏਗਾ, ਹਨਾ? ਤੇ ਇੱਥੇ ਮੈਂ ਕੁੜੀਆਂ ਨੂੰ ਵੀ ਇਹ ਕਹਿਣਾ ਚਾਹੁੰਦੀ ਹਾਂ, ਜੇਕਰ ਤੁਹਾਡੇ ਪੇਰੈਂਟ ਤੁਹਾਡੇ ਵਿਸ਼ਵਾਸ ਕਰਦੇ ਆ, ਇਹ ਤੁਹਾਡੀ ਜ਼ਿੰਮੇਵਾਰੀ ਆ ਉਸ ਵਿਸ਼ਵਾਸ ਦੇ ਉੱਤੇ, ਉਸ ਟਰਸਟ ਨੂੰ ਬਰਕਰਾਰ ਰੱਖਣਾ, ਉਹਨੂੰ ਮੇਨਟੇਨ ਰੱਖਣਾ। ਇਹ ਤੁਹਾਡੀ ਜ਼ਿੰਮੇਵਾਰੀ ਆ, ਤੇ ਤੁਸੀਂ ਇਹ ਮਤਲਬ ਜਿਹੜਾ ਹੈਗਾ ਇਹਨੂੰ ਤੁਸੀਂ ਕਦੇ ਵੀ ਬ੍ਰੇਕ ਨਹੀਂ ਕਰਨਾ। ਇਹ ਬਿਲਕੁਲ ਜਿਹੜਾ ਹੈਗਾ ਤਾਂ ਇਹ ਮਤਲਬ ਕਹਿੰਦੇ ਹੁੰਦੇ ਨਾ ਕਿ ਘਰ ਦੀ ਇੱਜ਼ਤ ਦੀ ਜ਼ਿੰਮੇਵਾਰੀ ਕਿਹਦੇ ਤੇ ਹੁੰਦੀ? ਕੁੜੀਆਂ ਤੇ ਹੁੰਦੀ। ਇੱਜ਼ਤ ਨੂੰ ਬਰਕਰਾਰ ਰੱਖਣਾ ਵੀ ਫਿਰ ਤੁਹਾਡੀ ਜ਼ਿੰਮੇਵਾਰੀ ਹੈ, ਜੇਕਰ ਤੁਹਾਡੇ ਪੇਰੈਂਟਸ ਤੁਹਾਡੇ ਤੇ ਵਿਸ਼ਵਾਸ ਕਰਦੇ। ਜੀ ਥੈਂਕ ਯੂ। ਹਾਂਜੀ ਬਿਲਕੁਲ, ਬਿਲਕੁਲ ਸਹੀ ਕਿ ਗਰਲਸ ਤੇ ਟਰਸਟ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਏ ਸਟਰੋਂਗ ਬਣਨ ਦਾ, ਕਿਉਂਕਿ ਜਦ ਤੱਕ ਕੋਈ ਚੈਲੰਜ ਨਹੀਂ ਆਉਂਦਾ, ਬੰਦਾ ਨੂੰ ਫੇਸ ਨਹੀਂ ਕਰਦਾ, ਬੰਦੇ ਨੂੰ ਸਮਝ ਨਹੀਂ ਲੱਗਦੀ ਕਿ ਮੇਰੇ 'ਚ ਇਹ ਕੈਲੀਬਰ ਹੈਗਾ ਕਿ ਮੈਂ ਇਹਨੂੰ ਫੇਸ ਕਰ ਸਕਦਾ। ਤੇ ਜੇ ਉਹ ਐਕਸਪੋਜ਼ਰ ਹੀ ਨਹੀਂ ਮਿਲੇਗਾ, ਉਹਨਾਂ ਨੂੰ ਹਮੇਸ਼ਾ ਹੀ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਜਦੋਂ ਕਿ ਪਤਾ ਹੈ ਕਿ ਫਿਊਚਰ 'ਚ ਉਹਨਾਂ ਨੇ ਦੂਸਰੇ ਘਰ ਜਾਣਾ ਹੈ ਔਰ ਲਾਈਫ 'ਚ ਕਦੇ ਵੀ ਕੋਈ ਵੀ ਚੈਲੰਜ ਆ ਸਕਦਾ ਹੈ ਔਰ ਲਾਈਫ ਬਹੁਤ ਅਨਸਰਟਨ ਹੈ। ਇਸ ਗੱਲ ਨੂੰ ਦਿਮਾਗ 'ਚ ਰੱਖਦੇ ਹੋਏ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਬੱਚੀਆਂ ਨੂੰ ਇਸ ਤਰ੍ਹਾਂ ਨਾਲ ਪਾਲਣ ਕਿ ਫਿਊਚਰ ਰੈਡੀ ਬਣਾਉਣ ਉਹਨਾਂ ਨੂੰ, ਕਿ ਫਿਊਚਰ 'ਚ ਕੋਈ ਵੀ ਚੈਲੰਜ ਆਏ ਤੇ ਸਾਡੀ ਬੱਚੀ ਸਟਰੋਂਗ ਹੈ, ਉਹ ਅੱਛੇ ਤਰੀਕੇ ਨਾਲ ਹੈਂਡਲ ਕਰ ਲੇਗੀ, ਉਹ ਸਭ ਸੰਭਾਲ ਲੇਗੀ। ਹੁਣ ਉਸ ਤੋਂ ਬਾਅਦ ਇਹ ਤਾਂ ਹੋ ਗਿਆ ਪੇਰੈਂਟਸ ਦਾ ਰੋਲ ਕਿ ਉਹਨਾਂ ਦਾ ਕੀ ਫਰਜ਼ ਬਣਦਾ ਉਦੋਂ। ਪਰ ਹੁਣ ਬੱਚਾ ਪੜ ਗਿਆ, ਲੜਕੀ ਹੈ ਉਹ ਪੜ ਗਈ, ਹਾਇਰ ਐਜੂਕੇਸ਼ਨ ਲੈ ਲਈ, ਅੱਛੀ ਨੌਕਰੀ ਕਰ ਰਹੀ ਹੈ, ਉੱਥੇ ਦੇਖਿਆ ਜਾਂਦਾ ਕਿ ਉਹ ਪੇਰੈਂਟਸ ਨਾਲ ਸੋਚ ਨਹੀਂ ਮਿਲਦੀ, ਕਿਤੇ ਕਿਤੇ ਕਲੈਸ਼ਸ ਆਉਂਦੇ ਆ ਤੇ ਥੋੜੇ ਬਹੁਤ ਫਿਰ ਪ੍ਰੋਬਲਮਸ ਆਉਂਦੀਆਂ। ਉਦੋਂ ਇੱਕ ਲੜਕੀ ਕਿਸ ਤਰ੍ਹਾਂ ਆਪਣੇ ਪੇਰੈਂਟਸ ਨਾਲ ਸਹੀ ਤਾਲਮੇਲ ਬਣਾ ਕੇ ਚੱਲ ਸਕਦੀ ਆ, ਇਹਦਾ ਆਨਸਰ ਮੈਂ ਅਨੁਪਮ ਤੋਂ ਚਾਹੁੰਦੀ ਹਾਂ ਕਿ ਉਹ ਆਪਣੇ ਵਿਚਾਰ ਤੇ ਜ਼ਰੂਰ ਦੇਣ। ਹਾਂਜੀ 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 ਬਿਲਕੁਲ, ਨਹੀਂ ਬਹੁਤ ਵਧੀਆ ਸਵਾਲ ਹੈ ਕਿ ਕਈ ਵਾਰੀ ਹੁੰਦਾ ਹੈ ਨਾ ਕਿ ਚਲੋ ਪੇਰੈਂਟਸ ਕੋਸ਼ਿਸ਼ ਕਰ ਰਹੇ, ਉਹਨਾਂ ਨੇ ਹਰ ਤਰ੍ਹਾਂ ਵਧੀਆ ਤਰ੍ਹਾਂ ਪਰਵਰਿਸ਼ ਦਿੱਤੀ, ਹਰ ਪਾਸੇ ਉਹਨੂੰ ਵਧੀਆ ਗਾਈਡ ਕਰ ਰਹੇ ਆ, ਲੇਕਿਨ ਇੱਥੇ ਕੁੜੀਆਂ ਦੀ ਕੀ ਰਿਸਪੌਂਸਿਬਿਲਿਟੀ ਹੈ ਐਜ਼ ਬੱਚੇ ਕਿ ਕਿਸ ਤਰ੍ਹਾਂ ਉਹਨਾਂ ਦਾ ਤਾਲਮੇਲ ਸਹੀ ਰਵੇ, ਉਹ ਵੀ ਬਹੁਤ ਜ਼ਰੂਰੀ ਆ। ਕਿਉਂਕਿ ਹੁਣ ਜਿੱਦਾਂ ਸਾਈਕਲ ਆ ਉਹ ਦੋ ਪਹੀਆਂ ਤੇ ਚੱਲਦਾ, ਤੇ ਦੋਨਾਂ ਦਾ ਤਾਲਮੇਲ ਆਪਸ 'ਚ ਸਹੀ ਹੈ ਤਾਂ ਹੀ ਸਾਈਕਲ ਸਹੀ ਚੱਲੂ। ਜੇ ਇੱਕ ਪਹੀਆ ਵੀ ਵਿੱਚੋਂ ਅੜ ਗਿਆ, ਰੁਕ ਗਿਆ,
ਜਾਂ ਕੋਈ ਹੈ ਨਾ ਕਿਸੇ ਪੁਆਇੰਟ ਤੇ ਆ ਕੇ ਉਹ ਸਹੀ ਕੰਮ ਨਹੀਂ ਕਰ ਰਿਹਾ ਤਾਂ ਦੂਜਾ ਪਈਆ ਇਕੱਲਾ ਕੁਛ ਨਹੀਂ ਕਰ ਸਕਦਾ। ਤੋ ਸੇਮ ਉਹੀ ਚੀਜ਼ ਹੈ ਇੱਥੇ ਕਿ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਮਨੀਤ ਨੇ ਵੀ ਗੱਲ ਕੀਤੀ ਸੀ ਕਿ ਟਰਸਟ ਕਰਨਾ ਚਾਹੀਦਾ, ਪਰ ਉਹਦੇ ਲਈ ਵੀ ਸਾਨੂੰ ਪਹਿਲਾਂ ਇੱਕ ਫਾਊਂਡੇਸ਼ਨ ਬਣਾ ਲੈਣੀ ਚਾਹੀਦੀ ਹੈ। ਸਾਨੂੰ ਪਤਾ ਹੈ ਕਿ ਸਾਡਾ ਬੱਚੇ ਦਾ ਥਾਟ ਪ੍ਰੋਸੈਸ ਕੀ ਹੈ, ਤਾਂ ਜੋ ਕੋਈ ਵੀ ਡਿਸੀਜਨ ਲਏਗਾ ਤਾਂ ਅਸੀਂ ਉੱਤੇ ਟਰਸਟ ਕਰ ਸਕੀਏ, ਹੈ ਨਾ, ਕਿ ਅਸੀਂ ਇੰਨੀ ਕੁ ਉਹਨੂੰ ਸਹੀ ਗਾਈਡੈਂਸ ਦਈਏ, ਅਸੀਂ ਉਹਨੂੰ ਇੰਨਾ ਕਿ ਸਹੀ ਮਾਹੌਲ ਦਈਏ ਕਿ ਇੱਕ ਉਹ ਆਪਣਾ ਵਿਚਾਰ ਜਿਹੜੇ ਉਹ ਜੋ ਸੋਚਦੀ ਹੈ, ਜੋ ਵੀ ਉਹਦੇ ਦਿਲ ਵਿੱਚ ਚੱਲ ਰਿਹਾ ਉਹ ਖੁੱਲ ਕੇ ਡਿਸਕਸ ਕਰ ਸਕੇ। ਦੇਖੋ ਕਮਲ, ਮੈਂ ਇੱਥੇ ਇਹ ਕਹਿਣਾ ਚਾਹੁੰਦੀ ਹਾਂ ਕਿ ਏਜ ਗੈਪ ਹੈਗਾ ਆ, ਜਨਰੇਸ਼ਨ ਗੈਪ ਵੀ ਰਹਿਣਾ ਆ, ਉਹਨੂੰ ਨਹੀਂ ਅਸੀਂ ਬਦਲ ਸਕਦੇ। ਜੇ ਅਸੀਂ ਕਹੀਏ ਵੀ ਜੇ ਮਾਂ ਪਿਓ ਤੇ ਬੱਚੇ ਦੇ ਵਿੱਚ 25 30 40 ਸਾਲ ਦਾ ਜਿੰਨਾ ਵੀ ਫਰਕ ਹੈ ਉਹ ਰਹਿਣਾ ਹੈ, ਉਹ ਨਹੀਂ ਖਤਮ ਹੋ ਸਕਦਾ। ਲੇਕਿਨ ਹਾਂ, ਸੋਚ ਦਾ ਫਰਕ ਜ਼ਰੂਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਹ ਕਿੱਦਾਂ ਕੀਤੀ ਜਾ ਸਕਦੀ ਹੈ? ਜਦੋਂ ਅਸੀਂ ਆਪਣੇ ਅੰਦਰ ਜੋ ਚੱਲਦਾ ਹੈ ਨਾ, ਅਸੀਂ ਉਹਨੂੰ ਸਾਹਮਣੇ ਵਾਲੇ ਨੂੰ ਦੱਸੀਏ, ਹੈ ਨਾ। ਜੇ ਮਾਂ-ਬਾਪ ਵੀ ਕੋਈ ਚੀਜ਼ ਦੱਸਦੇ ਆ, ਕੋਈ ਲਗਾਉਂਦੇ ਆ, ਉੱਤੇ ਗੱਲ ਕਰਦੇ ਆ, ਤਾਂ ਉਹਦੇ ਪਿੱਛੇ ਉਹਨੂੰ ਇੱਕ ਲੌਜੀਕਲ ਰੀਜ਼ਨ ਦੇ ਕੇ ਸਮਝਾਉਣ, ਉਹਨੂੰ ਇਹ ਨਾ ਲੱਗੇ ਕਿ ਮੇਰੇ ਤੇ ਹੁਕਮ ਚਲਾਇਆ ਜਾ ਰਿਹਾ। ਤਾਂ ਸੇਮ ਚੀਜ਼ ਬੱਚੇ ਨੂੰ ਵੀ ਕਰਨੀ ਚਾਹੀਦੀ ਹੈ ਕਿ ਜਦੋਂ ਕੁੜੀਆਂ ਵੀ ਹੈ ਉਹ ਕੁਝ ਸੋਚਣਾ ਚਾਹੁੰਦੇ ਆ, ਉਹ ਆਪਣਾ ਕਰੀਅਰ ਸਪੋਜ਼ ਕਿਸੇ ਵੀ ਫੀਲਡ ਦੇ ਵਿੱਚ ਬਣਾਉਣਾ ਚਾਹੁੰਦੇ ਆ, ਤੇ ਉਹ ਆਪਣੀ ਭਾਵਨਾ ਨੂੰ ਬੱਚਿਆਂ ਨੂੰ ਆਪਣੇ ਪੇਰੈਂਟਸ ਨੂੰ ਚੰਗੀ ਤਰ੍ਹਾਂ ਦੱਸ ਸਕੇ, ਨਾ ਕਿ ਉਹ ਆਪਣੇ ਅਰਮਾਨਾਂ ਨੂੰ ਦਿਲ 'ਚ ਹੀ ਰੱਖੇ ਤੇ ਅੰਦਰ ਅੰਦਰ ਕੁੜਦੀ ਰਵੇ, ਤੇ ਉਹ ਕੁੜ ਕੇ ਅੰਦਰ ਡਿਪਰੈਸ਼ਨ, ਟੈਨਸ਼ਨ ਜਾਂ ਕਿਤੇ ਨਾ ਕਿਤੇ ਉਹ ਫਰਸਟ੍ਰੇਸ਼ਨ ਬਣ ਜਾਂਦੀ ਹੈ ਨਾ, ਜੋ ਕਿ ਬਾਅਦ ਵਿੱਚ ਵੀ ਪੂਰੀ ਉਮਰ ਉਹਦੇ ਨਾਲ ਰਹਿੰਦੀ ਹੈ। ਸੋ ਉਹ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਕੀ ਹੋ ਸਕਦਾ ਕਿ ਜੇ ਅਸੀਂ ਬੋਲੀਏ, ਬੋਲ ਕੇ ਆਪਣੀਆਂ ਫੀਲਿੰਗਸ ਨੂੰ ਢੰਗ ਦੇ ਨਾਲ ਸ਼ੇਅਰ ਕਰੀਏ। ਇੱਥੇ ਮੈਂ ਇਹ ਵੀ ਚੀਜ਼ ਕਹਿਣਾ ਚਾਹੁੰਦੀ ਹਾਂ, ਬੋਲਣ ਦਾ ਮਤਲਬ ਇਹ ਬਿਲਕੁਲ ਨਾ ਲਿਓ ਕਿ ਹਾਂਜੀ ਜੇ ਸਾਨੂੰ ਕਿਸੇ ਚੀਜ਼ ਦੀ ਗੱਲ ਦਾ ਬੁਰਾ ਲੱਗ ਗਿਆ ਤਾਂ ਜਿੱਦਾਂ ਦਿਲ ਕਰਤਾ, ਜੋ ਮਨ ਆਇਆ ਉਹ ਬੋਲ ਦਿੱਤਾ। ਸਾਨੂੰ ਸਹੀ ਢੰਗ ਦੇ ਨਾਲ ਆਪਣੀ ਸੋਚ ਨੂੰ, ਆਪਣਾ ਜਾਂ ਆਪਣਾ ਪੱਖ ਸਾਨੂੰ ਕਿਸੇ ਦੇ ਸਾਹਮਣੇ ਰੱਖਣਾ ਆਉਣਾ ਚਾਹੀਦਾ। ਇੱਕ ਸਟੈਂਡ ਲੈ ਕੇ, ਇੱਕ ਠਹਿਰਾਵ ਲਿਆ ਕੇ ਆਵਾਜ਼ ਦੇ ਵਿੱਚ ਕਿ ਸਾਡਾ ਸੋਚ ਕੀ ਹੈ, ਅਸੀਂ ਕਿਉਂ ਇਹ ਚੀਜ਼ ਸੋਚ ਰਹੇ, ਇਹਦੇ ਕੀ ਬੈਨੀਫਿਟ ਹੈ, ਤੇ ਜੇ ਅਸੀਂ ਇਹ ਕਰਦੇ ਹਾਂ ਤਾਂ ਇਹਦਾ ਕੀ ਰਿਸਕ ਹੈ। ਉਹ ਸਾਰੀਆਂ ਚੀਜ਼ਾਂ ਮੈਂ ਤਾਂ ਕਹੂੰਗੀ ਐਨਾਲਾਈਜ਼ ਕਰਕੇ ਜਦੋਂ ਆਪਾਂ ਇੰਨੀ ਕੁ ਸੂਝਵਾਨ ਹੁੰਦੇ ਆ, ਇੰਨੀ ਕੁ ਸਮਝ ਆਪਾਂ ਰੱਖਣ ਲੱਗ ਜਾਂਦੇ ਆ, ਤਾਂ ਸਾਡੇ ਪੇਰੈਂਟਸ ਨੂੰ ਵੀ ਸਾਡੇ ਤੇ ਟਰਸਟ ਕਰਨ ਵਿੱਚ ਜਾਂ ਸਾਡੇ ਡਿਸੀਜਨ ਦੇ ਵਿੱਚ ਆਪਣੀ ਹਾਂ 'ਚ ਹਾਂ ਮਿਲਾਉਣ 'ਚ ਕੋਈ ਇਤਰਾਜ਼ ਨਹੀਂ ਹੁੰਦਾ, ਹੈ ਨਾ। ਔਰ ਇਹਦੇ ਵਿੱਚ ਇਹ ਵੀ ਮੈਂ ਕਹਿੰਦੀ ਕਿ ਕੁੜੀਆਂ ਨੂੰ ਫਾਈਨੈਂਸ਼ੀਅਲ ਲਿਟਰੇਸੀ ਜ਼ਰੂਰ ਸਿੱਖਣੀ ਚਾਹੀਦੀ, ਕਿ ਉਹਨਾਂ ਨੂੰ ਪਤਾ ਹੋਵੇ ਕਿ ਪੈਸਾ ਕਮਾਉਣਾ ਕਿੱਦਾਂ। ਇਹ ਨਹੀਂ ਹੋਣਾ ਚਾਹੀਦਾ ਕਿ ਹਾਂਜੀ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਕਈ ਵਾਰੀ ਹੁੰਦਾ ਕਿ ਖੁਆਇਸ਼ਾਂ ਪੂਰੀਆਂ ਕਰਨ ਲਈ ਵੀ ਅਸੀਂ ਸੋਚਦੇ ਹਾਂ ਵੀ ਹਾਂ ਵੀ ਪਿਓ ਦੇ ਘਰ ਨਹੀਂ ਜੀ, ਸਹੁਰੇ ਘਰ ਜਾ ਕੇ ਕਰਿਓ। ਉਹ ਚੀਜ਼ ਤਾਂ ਪਹਿਲਾਂ ਹੀ ਮੈਂ ਦੱਸ ਦਿੱਤਾ ਕਿਉਂ ਨਹੀਂ ਹੋਣੀ ਚਾਹੀਦੀ। ਪਰ ਸੇਮ ਚੀਜ਼ ਇਹ ਵੀ ਹੋਣੀ ਚਾਹੀਦੀ ਕਿ ਜੇ ਪੈਸੇ ਦੀ ਵੀ ਲੋੜ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਸਾਰੀ ਉਮਰ ਹਾਂ ਪਹਿਲਾਂ ਪਿਤਾ ਤੋਂ ਮੰਗੀ ਜਾਓ, ਬਾਅਦ ਦੇ ਵਿੱਚ ਪਤੀ ਹੈਗਾ ਹੀ ਹੈ, ਕੋਈ ਨਹੀਂ ਵਿਆਹ ਹੋ ਜਾਣਾ ਤਾਂ ਫਿਰ ਉਹ ਆਪੇ ਦੇਖੂਗਾ। ਸੋ ਇਸ ਮੈਂਟੈਲਿਟੀ ਤੋਂ ਵੀ ਨਿਕਲਣ ਦੀ ਲੋੜ ਹੈ, ਤਾਂ ਕਿ ਸਾਨੂੰ ਪ੍ਰਤੱਖ ਪਤਾ ਲੱਗੇ ਕਿ ਰਿਐਲਿਟੀ ਦੇ ਵਿੱਚ ਪੈਸਾ ਕਮਾਉਣਾ ਵੀ ਕਿੰਨਾ ਔਖਾ ਹੈ ਜਾਂ ਸੌਖਾ ਹੈ ਨਾ। ਅਸੀਂ ਸਮਝੀਏ ਉਸ ਚੀਜ਼ ਨੂੰ। ਔਰ ਸਾਨੂੰ ਇਹ ਵੀ ਹੈ ਕਿ ਸਾਨੂੰ ਮਲਟੀਟਾਸਕਿੰਗ ਹੋਣਾ ਚਾਹੀਦਾ ਹੈ, ਘਰ ਤੇ ਬਾਹਰ ਨੂੰ ਬੈਲੈਂਸ ਕਰਨਾ ਆਉਣਾ ਚਾਹੀਦਾ ਹੈ। ਤਾਲਮੇਲ ਵੀ ਸਹੀ ਬਣਦਾ। ਇਹ ਨਹੀਂ ਹੈ ਕਿ ਜੇ ਤੁਸੀਂ ਬਾਹਰ ਰਹਿ ਰਹੇ ਹੋ ਤਾਂ ਪੂਰਾ ਹੀ ਸਿਰਫ ਤੁਸੀਂ ਬਾਹਰਲਾ ਦੇਖ ਰਹੇ ਹੋ, ਘਰ ਦੇ ਵਿੱਚ ਤੁਹਾਨੂੰ ਆਪਣੇ ਲਈ ਵੀ ਚਾਹ ਬਣਾਉਣੀ ਨਹੀਂ ਆ ਰਹੀ, ਜਾਂ ਆਪਣੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਘਰ ਦਾ ਮਾੜਾ ਮੋਟਾ ਵੀ ਆਪਣੇ ਆਪ ਨੂੰ ਜਿਹੜਾ ਤੁਹਾਡੀ ਆਪਣੀ ਸਾਂਭ ਸੰਭਾਲ ਤੁਹਾਨੂੰ ਉਹ ਵੀ ਨਹੀਂ ਕਰਨੀ ਆ ਰਹੀ ਚੰਗੀ ਤਰ੍ਹਾਂ, ਵੀ ਤੁਹਾਨੂੰ ਕੋਈ ਹੋਰ ਕਰਕੇ ਦੇਵੇ, ਹੈ ਨਾ। ਜਾਂ ਤਾਂ ਉਸ ਲਾਇਕ ਬਣ ਜਾਓ ਕਿ ਤੁਸੀਂ ਆਪਣੇ ਲਈ ਹੈਲਪ ਅਫੋਰਡ ਕਰ ਸਕਦੇ ਹੋ, ਸਭ ਕੁਝ ਹੈ, ਪਰ ਤਾਂ ਵੀ ਮੈਂ ਤਾਂ ਕਹੂੰਗੀ ਕਿ ਆਪਣਾ ਕੰਮ ਕਰਨਾ, ਘਰ ਦਾ ਕੰਮ ਕਰਨਾ, ਘਰ ਨੂੰ ਸੁਚੱਜੇ ਢੰਗ ਨਾਲ ਸੰਭਾਲਣਾ ਆਉਣਾ ਚਾਹੀਦਾ ਹੈ ਨਾ। ਫਾਈਨੈਂਸ਼ੀਅਲ ਲਿਟਰੇਸੀ ਬਹੁਤ ਜ਼ਰੂਰੀ ਆ। ਆਪਣੀਆਂ ਫੀਲਿੰਗਸ ਨੂੰ ਬੋਲ ਕੇ ਸਹੀ ਢੰਗ ਨਾਲ ਦੱਸਣਾ ਬਹੁਤ ਜ਼ਰੂਰੀ ਹੈ, ਤਾਂ ਜੋ ਇਹ ਚੀਜ਼ ਨਾ ਉਹਦੇ ਵਿਆਹ ਤੋਂ ਬਾਅਦ ਵੀ ਕੰਮ ਆਏਗੀ ਕਿ ਅਸੀਂ ਆਪਣਾ ਪੱਖ ਸਹੀ ਢੰਗ ਨਾਲ, ਸਹੀ ਤਰੀਕੇ ਨਾਲ ਸਾਹਮਣੇ ਰੱਖ ਸਕੀਏ। ਸੋ ਮੈਨੂੰ ਤਾਂ ਇਹ ਲੱਗਦਾ ਕਿ ਬੋਲ ਕੇ ਹੀ ਕਮਲ ਇਸ ਚੀਜ਼ ਦਾ ਸੋਲੂਸ਼ਨ ਕੱਢਿਆ ਜਾ ਸਕਦਾ ਹੈ, ਕਿ ਅਸੀਂ ਗੱਲ ਕਰੀਏ, ਆਪਣਾ ਜੋ ਸਾਡੇ ਦਿਮਾਗ 'ਚ ਚੱਲ ਰਿਹਾ, ਜੋ ਸਾਡੇ ਦਿਲ ਵਿੱਚ ਚੱਲ ਰਿਹਾ, ਉਹ ਅਸੀਂ ਸ਼ੇਅਰ ਕਰਕੇ ਦੱਸੀਏ ਜ਼ਰੂਰ। ਹਾਂਜੀ ਹਾਂਜੀ, ਕਮਲ। ਬਿਲਕੁਲ ਸਹੀ ਕਿ ਕਮਿਊਨੀਕੇਸ਼ਨ ਗੈਪ ਬਿਲਕੁਲ ਨਹੀਂ ਆਉਣ ਦੇਣਾ ਚਾਹੀਦਾ, ਕਿ ਜੋ ਤੁਸੀਂ ਫੀਲ ਕਰਦੇ ਹੋ ਤੁਸੀਂ ਕਿਸੇ ਨਾਲ ਸ਼ੇਅਰ ਨਾ ਕਰੋ ਤੇ ਐਕਸਪੈਕਟ ਕਰੋ ਕਿ ਜੋ ਮੈਂ ਚਾਹੁੰਦੀ ਹਾਂ ਉਹ ਮੈਨੂੰ ਮਿਲ ਜੇ। ਇਸ ਤਰ੍ਹਾਂ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਸਹੀ ਢੰਗ ਨਾਲ, ਸਹੀ ਤਰੀਕੇ ਨਾਲ ਨਹੀਂ ਦੱਸੋਗੇ ਆਪਣੇ ਪੇਰੈਂਟਸ ਨੂੰ ਕਿ ਮੇਰਾ ਥਾਟ ਪ੍ਰੋਸੈਸ ਇਹ ਆ, ਮੈਂ ਫਿਊਚਰ ਕੁਝ ਏਦਾਂ ਸੋਚਦੀ ਹਾਂ, ਤੇ ਉਹ ਨਹੀਂ ਸਮਝਣਗੇ ਤੇ ਫਿਰ ਪ੍ਰੋਬਲਮਸ ਆਉਣਗੀਆਂ। ਤੇ ਕਮਿਊਨੀਕੇਸ਼ਨ ਸਹੀ ਢੰਗ ਨਾਲ ਕਰਨਾ ਇਹਦਾ ਇੱਕ ਸੋਲੂਸ਼ਨ ਹੋ ਸਕਦਾ। ਤੇ ਬਾਕੀ ਇੱਥੇ ਮੈਂ ਕਹਿਣਾ ਚਾਹਾਂਗੀ ਕਿ ਪੇਰੈਂਟਸ ਨੂੰ ਵੀ ਆਪਣੀ ਥਾਟ ਪ੍ਰੋਸੈਸ ਨੂੰ ਮਾਡਰਨ ਕਰਨ ਦੀ ਲੋੜ ਹੈ, ਕਿ ਏਜ ਗੈਪ ਤਾਂ ਰਹਿਣਾ ਹੀ ਹੈ ਜਿੱਦਾਂ ਅਨੁਪਮ ਨੇ ਕਿਹਾ, ਬਟ ਆਪਣੇ ਥਾਟਸ ਨੂੰ ਤਾਂ ਮਾਡਰਨ ਕਰ ਸਕਦੇ ਆ ਨਾ, ਕਿ ਬੱਚੇ ਦੇ ਪਰਸਪੈਕਟਿਵ ਤੋਂ ਸੋਚਣ ਕਿ ਬੱਚਾ ਹੁਣ ਇਹ ਸਿਨੈਰੀਓ ਆ, ਆਸ-ਪਾਸ ਇਹ ਹੋ ਰਿਹਾ, ਬੱਚੇ ਸਾਡੀ ਦੀ ਐਸਪੀਰੇਸ਼ਨਸ ਇਹ ਹੈ, ਤੇ ਉਹ ਇਹ ਚਾਹੁੰਦਾ ਹੈ, ਤੇ ਉਸ ਹਿਸਾਬ ਨਾਲ ਉਹ ਸੋਚ ਕੇ ਡਿਸੀਜ਼ਨ ਲੈਣ ਰਲ ਮਿਲ ਕੇ,
ਤਾਂ ਕਿ ਉੱਥੇ ਕੋਈ ਕਲੈਸ਼ ਨਾ ਹੋਏ ਪੇਰੈਂਟਸ ਤੇ ਜਦੋਂ ਲੜਕੀ ਰਹਿ ਰਹੀ ਹੈ। ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਲੜਕੀ ਦਾ ਪਤਾ ਸਭ ਨੂੰ, ਸਾਡਾ ਸੁਸਾਇਟੀ ਕੀ ਹੈ, ਵਿਆਹ ਹੋਣਾ ਹੁੰਦਾ, ਉਹਨੇ ਸਹੁਰਿਆਂ ਦੇ ਘਰ ਜਾਣਾ ਹੁੰਦਾ, ਉੱਥੇ ਬਹੁਤ ਸਾਰੇ ਚੈਲੰਜਸ ਆਣੇ ਹੀ ਹੁੰਦੇ ਆ, ਕਿਉਂਕਿ ਇੱਕ ਨਵਾਂ ਜਨਮ ਕਹਿੰਦੇ ਆ ਕਿ ਹੁੰਦਾ ਲੜਕੀ ਦਾ, ਕਿਉਂਕਿ ਸਭ ਕੁਝ ਚੇਂਜ ਹੋ ਜਾਂਦਾ, ਘਰ ਬਦਲ ਗਿਆ, ਫੈਮਿਲੀ ਬਦਲ ਗਈ, এনवायरमेंट ਬਦਲ ਗਿਆ, ਉਹਨਾਂ ਦਾ ਕੁਝ ਸਿਸਟਮ ਅਲੱਗ ਹੁੰਦਾ ਹਮੇਸ਼ਾ ਹੀ, ਹਰ ਇੱਕ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੈ ਕਿ ਕੀ ਪ੍ਰਾਇੋਰਟੀਜ਼ ਹੈਗੀਆਂ, ਕਿੰਨਾ ਚੱਲਣਾ ਸਿਸਟਮ। ਉੱਥੇ ਐਡਜਸਟਮੈਂਟ ਕਰਨ ਨੂੰ ਬੜੇ ਸਾਰੇ ਚੈਲੰਜਸ ਆ ਸਕਦੇ ਆ ਲੜਕੀਆਂ ਨੂੰ, ਤੇ ਉਹਦੇ ਲਈ ਗਰਲਸ ਕੀ ਕਰਨ ਸ਼ੁਰੂ ਤੋਂ ਹੀ ਜਾਂ ਉਸ ਟਾਈਮ ਬਿਫੋਰ ਮੈਰਿਜ, ਕਿ ਉਹ ਸਟਰੋਂਗ ਕਿੱਦਾਂ ਬਣਾਉਣਾ ਆਪਣੇ ਆਪ ਨੂੰ ਕਿ ਉੱਥੇ ਆਉਣ ਵਾਲਾ, ਫਿਊਚਰ 'ਚ ਆਉਣ ਵਾਲਾ ਕੋਈ ਵੀ ਚੈਲੰਜ ਉਹ ਆਰਾਮ ਨਾਲ ਓਵਰਕਮ ਕਰ ਸਕਣ। ਮਨੀਤ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਜੀ ਕਮਲ, ਮੈਨੂੰ ਲੱਗਦਾ ਕਿ ਜਿਹੜਾ ਹੈਗਾ ਕਿ ਮੈਰਿਜ ਤੋਂ ਬਾਅਦ ਤਾਂ ਬੰਦੇ ਦੀ, ਇੱਕ ਲੜਕੀ ਦੀ ਰੂਹ ਤੱਕ ਚੇਂਜ ਹੋ ਜਾਂਦੀ ਆ। ਤਾਂ ਮੈਨੂੰ ਲੱਗਦਾ ਜਿੰਨਾ ਲੜਕੀਆਂ ਦੀ ਸ਼ਾਦੀ ਹੋਈ ਆ ਉਹ ਇਸ ਚੀਜ਼ ਨਾਲ ਜ਼ਰੂਰ ਰਿਲੇਟ ਕਰਦੀਆਂ ਹੋਣਗੀਆਂ ਕਿ ਸਿਰਫ ਇੱਕ ਨਵਾਂ ਜਨਮ ਨਹੀਂ, ਮੈਨੂੰ ਲੱਗਦਾ ਰੂਹ ਤੱਕ ਚੇਂਜ ਹੋ ਜਾਂਦੀ ਆ, ਹਨਾ। ਤਾਂ ਇਹ ਮੈਰਿਜ ਜਿਹੜਾ ਹੈਗਾ ਜੀ ਲੜਕੀ ਦੇ ਜੀਵਨ 'ਚ ਬਹੁਤ 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 ਜ਼ਿਆਦਾ ਇੰਪੋਰਟੈਂਟ ਡਿਸੀਜ਼ਨ ਆ, ਹਨਾ। ਤਾਂ ਤੁਹਾਡੀ ਜਿਹੜੀ ਇੱਥੋਂ ਜਿਹੜੀ ਲਾਈਫ ਬਣ ਵੀ ਸਕਦੀ ਆ, ਤਾਂ ਮਤਲਬ ਹਨਾ ਬਹੁਤ ਇੰਪੋਰਟੈਂਟ ਡਿਸੀਜ਼ਨ ਆ ਲਾਈਫ ਦਾ, ਮੈਰਿਜ। ਤਾਂ ਸਭ ਤੋਂ ਪਹਿਲਾਂ ਕਿ ਜਿਹੜਾ ਹੈਗਾ ਕਿ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹਾਂਗੀ, ਬਸ ਨੂੰ ਇਹੀ ਕਹਿਣਾ ਚਾਹਾਂਗੀ ਕਿ ਜਿਹੜਾ ਮੈਰਿਜ ਦਾ ਡਿਸੀਜ਼ਨ ਆ ਬਹੁਤ ਸੋਚ ਸਮਝ ਕੇ ਲਓ ਜੀ। ਇਹ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਆਖਰੀ, ਇੱਕ ਸਾਡੇ ਕੋਲ ਸਿਰਫ ਇੱਕ ਮੋਟਿਵ ਨਹੀਂ ਹੈਗਾ ਜਾਂ ਆਖਰੀ ਮੋਟਿਵ ਨਹੀਂ ਹੈਗਾ ਮੈਰਿਜ ਕਰਾਉਣਾ। ਨੋ, ਜ਼ਿੰਦਗੀ 'ਚ ਬਹੁਤ ਕੁਝ ਹੋਰ ਆ ਜੋ ਅਸੀਂ ਕਰ ਸਕਦੇ ਆ। ਮੈਰਿਜ ਇਜ਼ ਓਨਲੀ ਪਾਰਟ ਆਫ ਲਾਈਫ। marriage is not everything in our life. Okay, so ਇਹ ਡਿਸੀਜਨ ਮੇਰੇ ਕਹਿੰਦੇ ਬਹੁਤ ਸੋਚ ਸਮਝ ਕੇ ਲਓ। ਹਾਂਜੀ, ਮੈਰਿਜ ਤੋਂ ਬਾਅਦ ਜਿਹੜਾ ਹੈ ਕਿ ਕੁੜੀਆਂ ਨੂੰ ਬਹੁਤ ਸਾਰੇ ਚੈਲੰਜ ਜਿਹੜੇ ਹੈਗੇ ਆ ਉਹ ਸਾਹਮਣੇ ਆਉਂਦੇ ਆ। ਸਭ ਤੋਂ ਪਹਿਲਾਂ ਐਡਜਸਟਮੈਂਟ 'ਚ ਬੜੀ ਪ੍ਰੋਬਲਮ ਹੁੰਦੀ ਹੈ, ਪਰ ਤੁਸੀਂ ਆਲਰੇਡੀ ਦੱਸ ਚੁੱਕੇ ਆ ਕਿ ਐਡਜਸਟਮੈਂਟ ਆਉਂਦੀ, ਤਾਂ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ ਹੈਗਾ ਕਮਿਊਨੀਕੇਸ਼ਨ ਹੋਣਾ ਬਹੁਤ ਜ਼ਰੂਰੀ ਆ। ਅਗਲੇ ਘਰ ਦੇ ਮੈਂਬਰਸ ਨਾਲ, ਅਗਲੇ ਘਰ ਦੇ ਮੈਂਬਰਸ ਨੂੰ ਵੀ ਇਹ ਜ਼ਰੂਰ ਚਾਹੀਦਾ ਕਿ ਉਹ ਕਮ ਸੇ ਕਮ ਲੜਕੀ ਨੂੰ ਜਿਹੜਾ ਹੈਗਾ ਇੱਕ ਟਾਈਮ ਦੇਣ, ਉਹਨਾਂ ਦੇ ਘਰ ਵਿੱਚ ਐਡਜਸਟ ਹੋਣ ਦੇ ਲਈ, ਉਹਨੂੰ ਸਮਝਣ, ਉਹ ਕਿਹੋ ਜਿਹੇ এনवायरमेंट ਵਿੱਚੋਂ ਆਈ ਆ ਉਹਨੂੰ ਥੋੜਾ ਜਿਹਾ ਸਮਝਣ। ਤਾਂ ਮੈਨੂੰ ਲੱਗਦਾ ਅਗਰ ਇੰਨਾ ਕੁ ਤਾਲਮੇਲ ਹੋ ਜਾਏ ਨਾ, ਤਾਂ ਬਹੁਤ ਅੱਛੀ ਜਿਹੜੀ ਹੈਗੀ ਆ ਕਿ ਅਗਲਾ ਜਿਹੜਾ ਜ਼ਿੰਦਗੀ ਦਾ ਪੜਾਅ ਵਾ ਉਹ ਬਹੁਤ ਸੋਹਣਾ ਅੱਗੇ ਚੱਲ ਸਕਦਾ। ਚਲੋ, ਬਟ ਜਿਹੜਾ ਹੈਗਾ ਕਿ ਅਸੀਂ ਇਹ ਆਸ ਕਰ ਸਕਦੇ ਹਾਂ, ਬਟ ਹਰ ਵਾਰੀ ਨਹੀਂ ਹੁੰਦਾ। ਫਿਰ ਵੀ ਸਾਨੂੰ ਕੁਛ ਨਾ ਕੁਛ ਤਾਂ ਪ੍ਰੋਬਲਮ ਆਈ ਜਾਂਦੀਆਂ ਨਾ, ਲੜਕੀਆਂ ਨੂੰ ਮੋਸਟਲੀ ਮੈਰਿਜ ਤੋਂ ਬਾਅਦ ਕੁਛ ਨਾ ਕੋਈ ਪ੍ਰੋਬਲਮ ਆ ਜਾਂਦੀਆਂ। ਤਾਂ ਉਹਦੇ ਲਈ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ, ਜਿੱਦਾਂ ਅਨੁਪਮ ਨੇ ਆਲਰੇਡੀ ਗੱਲ ਕਰ ਚੁੱਕੇ ਕਿ ਇਕਨੋਮਿਕਲੀ ਗਰਲਸ ਨੂੰ ਜਿਹੜਾ ਇੰਡੀਪੈਂਡੈਂਟ ਹੋਣਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿੰਨੀ ਜ਼ਰੂਰਤ ਸਾਨੂੰ ਖਾਣ ਦੀ ਆ ਨਾ, ਸਾਡੀ ਇਸ ਬੋਡੀ ਨੂੰ ਫੂਡ ਦੀ ਜ਼ਰੂਰਤ ਆ, ਮੈਨੂੰ ਲੱਗਦਾ ਅੱਜ ਕੱਲ੍ਹ ਦੇ ਟਾਈਮ 'ਚ ਓਨਾ ਹੀ ਇੱਕ ਗਰਲਸ ਨੂੰ ਜਿਹੜਾ ਹੈਗਾ ਉਹ ਇਕਨੋਮਿਕਲੀ ਇੰਡੀਪੈਂਡੈਂਟ ਹੋਣ ਦੀ ਜ਼ਰੂਰਤ ਆ। ਕਿ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ, ਕੁਛ ਵੀ ਪ੍ਰੋਬਲਮ ਆਉਂਦੀ ਆ, ਅਗਰ ਉਹ ਆਪਣੇ ਉਹ ਸਟੈਂਡ ਆ, ਇਕਨੋਮਿਕਲੀ ਉਹ ਇੰਡੀਪੈਂਡੈਂਟ ਆ, ਤਾਂ ਉਹ ਮੈਨੂੰ ਲੱਗਦਾ ਕਿ ਉਹਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਆਲਰੇਡੀ ਸੌਰਟ ਆਊਟ ਹੋ ਜਾਂਦੀਆਂ ਵਾ। ਠੀਕ ਆ ਜੀ। ਤਾਂ ਇੱਕ ਇੱਥੇ ਮੈਂ ਹੋਰ ਜ਼ਰੂਰ ਕਹਿਣਾ ਚਾਹਾਂਗੀ ਕਿ ਗਰਲਸ ਨੂੰ ਇਕਨੋਮਿਕ ਜਿਹੜਾ ਹੈਗਾ ਇੰਡੀਪੈਂਡੈਂਸ ਦੇ ਨਾਲ ਜਿਹੜਾ ਹੈਗਾ ਕਿ ਗਰਲਸ ਨੂੰ ਇਹ ਜ਼ਰੂਰ ਚਾਹੀਦਾ ਕਿ ਅਗਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਕੋਈ ਪ੍ਰੋਪਰਟੀ ਜਿਹੜਾ ਹੈਗਾ ਬਣਾ ਸਕਣ, ਚਾਹੇ ਉਹ ਕੁਛ ਵੀ ਹੋਵੇ, ਐਨੀਥਿੰਗ, ਬਟ ਇਟ ਮਸਟ ਬੀ ਓਨਲੀ ਯੂਰ ਓਨ। ਇਹ ਸਿਰਫ ਤੁਹਾਡਾ ਹੋਣਾ ਚਾਹੀਦਾ। ਬਟ ਇੱਥੇ ਮੈਂ ਇਹ ਨਹੀਂ ਕਹੂੰਗੀ ਫਾਦਰ ਨੇ ਦਿੱਤਾ, ਫਾਦਰ ਤੋਂ ਹੈਲਪ ਲੈ ਲਓ ਜਾਂ ਹਸਬੈਂਡ ਤੋਂ ਹੈਲਪ ਲੈ ਲਓ। ਨੋ, ਹਨਾ, ਤੁਹਾਨੂੰ ਆਪਣੇ ਲਈ ਕੁਛ ਨਾ ਕੁਛ ਜ਼ਰੂਰ ਪ੍ਰੋਪਰਟੀ, ਥੋੜੀ ਬਹੁਤ ਪ੍ਰੋਪਰਟੀ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ, ਜਾਂ ਤੁਹਾਨੂੰ ਬਣਾਉਣੀ ਚਾਹੀਦੀ ਹੈ ਕਿ ਲਾਈਫ ਵਿੱਚ ਕਦੇ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਜੇ, ਜਾਂ ਅੱਗੇ ਤੁਸੀਂ ਬੱਚਿਆਂ ਦੇ ਲਈ ਕੁਛ ਤੁਸੀਂ ਵਧੀਆ ਕਰਨਾ, ਜਾਂ ਤੁਸੀਂ ਆਪਣੇ ਹਸਬੈਂਡ ਦੀ ਹੈਲਪ ਕਰਨੀ ਹੈ, ਜਾਂ ਇਨ-ਲॉज ਫੈਮਿਲੀ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਤਾਂ ਤੁਸੀਂ ਹੈਲਪ ਕਰ ਸਕੋ। ਤਾਂ ਆਪਣੀ ਪ੍ਰੋਪਰਟੀ ਚਾਹੇ ਥੋੜੀ ਛੋਟੀ ਜਾਂ ਵੱਡੀ, ਥੋੜੀ ਬਹੁਤ ਜਿੰਨੀ ਵੀ ਹੋ ਸਕਦਾ, ਜਿੰਨਾ ਕਿ ਤੁਹਾਡਾ ਕੈਲੀਬਰ ਹੈਗਾ ਉਹ ਜ਼ਰੂਰ 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 ਬਣਾਓ, ਹਨਾ। ਇਹਦੇ ਵਿੱਚ ਜਿਹੜਾ ਹੈਗਾ ਕਿ ਤੁਹਾਡੀ ਲਾਈਫ ਹੀ ਇਹਦੇ ਵਿੱਚ ਬਹੁਤ ਜ਼ਿਆਦਾ ਈਜ਼ੀ ਰਹੇਗੀ। ਇਹ ਨਹੀਂ ਕਿ ਤੁਸੀਂ ਮੈਰਿਜ ਤੋਂ ਪਹਿਲਾਂ ਤੁਸੀਂ ਫਾਦਰ ਤੇ ਡਿਪੈਂਡ ਸੀਗੇ ਜੀ। ਠੀਕ ਹੈ ਜੀ, ਫਾਦਰ ਨੇ ਪੜਾਤਾ, ਐਜੂਕੇਸ਼ਨ ਦਿੱਤੀ, ਫਾਦਰ ਨੇ ਬਹੁਤ ਸਾਰਾ ਪੈਸਾ ਲਾ ਕੇ ਮੈਰਿਜ ਕਰਤੀ। ਠੀਕ ਹੈ ਜੀ, ਬਾਅਦ ਵਿੱਚ ਮੈਰਿਜ ਤੋਂ ਬਾਅਦ ਹੁਣ ਜੀ ਪਤੀ ਜਿਹੜਾ ਹੈਗਾ ਕਿ ਉਹ ਰਿਸਪੌਂਸਿਬਲ ਆ। ਨੋ, ਨੋ,
ਜਿੱਦਾਂ ਇਹ ਚੀਜ਼ ਬਹੁਤ ਵਾਰੀ ਹੁਣ ਰਿਪੀਟ ਆਪਾਂ ਕਰ ਚੁੱਕੇ ਹਾਂ ਕਿ ਜ਼ਿੰਦਗੀ ਜਿਹੜੀ ਸਾਡੀ ਆ, ਸਾਨੂੰ ਨਹੀਂ ਪਤਾ ਜਿਹੜੀ ਜ਼ਿੰਦਗੀ ਆ ਉਹ ਸਾਨੂੰ ਕਿਹੜੇ ਪੜਾਅ ਦੇ ਉੱਪਰ ਸਾਨੂੰ ਉਹਨੇ ਕਿਹੋ ਜਿਹੇ ਜਿਹੜਾ ਹੈਗਾ ਸਮੇਂ ਦੇ ਵਿੱਚੋਂ ਦੀ ਲੰਘਾਉਣਾ, ਸਾਨੂੰ ਨਹੀਂ ਪਤਾ, ਪਰ ਸਾਨੂੰ ਉਹਦੇ ਲਈ ਰੈਡੀ ਰਹਿਣਾ ਚਾਹੀਦਾ ਵਾ। ਠੀਕ ਆ, ਪਰਮਾਤਮਾ ਨੇ ਸਾਨੂੰ ਇੱਕ ਲਾਈਫ ਦਿੱਤੀ ਆ, ਠੀਕ ਆ, ਉਹ ਸਾਨੂੰ ਉਹ ਅਸੀਂ ਬਿਲਕੁਲ ਭਰਪੂਰ ਜਿਉਣੀ ਆ, ਖੁਸ਼ੀਆਂ ਦੇ ਨਾਲ ਜਿਉਣੀ ਆ, ਠੀਕ ਆ। ਅਸੀਂ ਐਂਡ ਵੀ ਆਰ ਨਾਟ ਓਨਲੀ ਮੈਂਟ ਫॉर ਟੂ ਬੀ ਅ ਡਾਟਰ, ਵਾਈਫ, ਮਦਰ। ਨੋ, ਆਪਣੀ ਆਈਡੈਂਟੀਟੀ ਨੂੰ ਪਹਿਚਾਨੋ, ਆਪਣੀ ਆਈਡੈਂਟੀਟੀ ਨੂੰ ਪਹਿਚਾਨੋ, ਉਹਨੂੰ ਬਿਲਡ ਕਰੋ, ਠੀਕ ਹੈ। ਇਹ ਬਹੁਤ ਟਾਈਮ ਹੋ ਚੁੱਕਾ ਜਦੋਂ ਅਸੀਂ ਮੈਰਿਜ ਤੋਂ ਪਹਿਲਾਂ ਆਪਣੇ ਪੇਰੈਂਟ ਸਾਡੀ ਜਿਹੜੀ ਪਹਿਚਾਣ ਉਹ ਪੇਰੈਂਟਸ ਦੇ ਸਰਨੇਮ ਦੇ ਨਾਲ ਹੁੰਦੀ ਹੈ, ਤੇ ਮੈਰਿਜ ਤੋਂ ਬਾਅਦ ਹਸਬੈਂਡ ਸਰਨੇਮ ਨਾਲ ਹੁੰਦੀ ਆ। ਨੋ, ਵੀ ਸ਼ੁਡ ਵਰਕ ਫॉर ਆਰ ਓਨ ਸੈਲਫ। ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਦੁਨੀਆ ਸਾਨੂੰ ਸਿਰਫ ਸਾਡੇ ਆਪਣੇ ਨਾਂ ਦੇ ਨਾਲ ਪਹਿਚਾਣੇ, ਸਿਰਫ ਆਪਣੇ ਨਾਂ ਦੇ ਨਾਲ ਪਹਿਚਾਣੇ। ਸਾਨੂੰ ਆਪਣੀ ਆਈਡੈਂਟਿਟੀ ਜ਼ਰੂਰ ਬਣਾਉਣੀ ਚਾਹੀਦੀ, ਸਾਨੂੰ ਆਪਣੇ ਲਈ ਜ਼ਰੂਰ ਸੋਚਣਾ ਚਾਹੀਦਾ, ਆਪਣੀਆਂ ਖਵਾਹਿਸ਼ਾਂ ਜੋ ਸਾਡੇ ਦਿਲ ਦੇ ਵਿੱਚ ਹੈਗੀਆਂ, ਜਿੱਦਾਂ ਅਸੀਂ ਜੀਣਾ ਚਾਹੁੰਦੇ ਹਾਂ, ਫੈਮਿਲੀ ਦੀ ਕੇਅਰ ਕਰਕੇ ਜਾਂ ਹਰ ਰਿਸ਼ਤੇ ਨੂੰ ਨਿਭਾ ਕੇ ਜਿੱਦਾਂ ਅਸੀਂ ਜੀਣਾ ਚਾਹੁੰਦੇ ਹਾਂ, ਉਹ ਸਾਨੂੰ ਉਸ ਦੇ ਲਈ ਸਾਨੂੰ ਜ਼ਰੂਰ ਵਰਕ ਕਰਨਾ ਚਾਹੀਦਾ ਵਾ, ਠੀਕ ਹੈ। ਤੇ ਮੈਨੂੰ ਲੱਗਦਾ ਅਗਰ ਅਸੀਂ ਇਹਨਾਂ ਪਹਿਲੂਆਂ ਤੇ ਅਸੀਂ ਇਹਨਾਂ ਤੇ ਵਿਚਾਰ ਕਰਾਂਗੇ, ਇਹਨਾਂ ਤੇ ਵਰਕ ਕਰਾਂਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਨੂੰ ਇਹ ਕਹਿਣਾ ਪਏਗਾ ਕਿ ਜਿਹੜੀ ਔਰਤ ਦੀ ਜ਼ਿੰਦਗੀ ਹੈ, ਖਾਸ ਕਰਕੇ ਮਤਲਬ ਜਿਹੜੇ ਹੈਗੇ ਸਾਡੇ ਸਮਾਜ ਦੇ ਵਿੱਚ ਔਰਤ ਦੀ ਜ਼ਿੰਦਗੀ ਬਹੁਤ ਔਖੀ ਆ ਜੀ, ਜਾਂ ਬਹੁਤ ਪ੍ਰੋਬਲਮੈਟਿਕ ਆ। ਨੋ, ਇਹਦੇ ਲਈ ਸਾਨੂੰ ਉਹਦੀ ਜ਼ਿੰਦਗੀ ਸਾਨੂੰ ਖੁਦ ਹੀ ਸੌਖੀ ਬਣਾਉਣੀ ਪੈਣੀ ਆ, ਉਹ ਕਿਸੇ ਹੋਰ ਨੇ ਨਹੀਂ ਆ ਕੇ ਬਣਾਉਣੀ, ਉਹ ਕਿਸੇ ਨੇ ਨਹੀਂ ਆ ਕੇ ਬਣਾਉਣੀ, ਅਸੀਂ ਖੁਦ ਹੀ ਬਣਾਉਣੀ ਆ, ਠੀਕ ਹੈ ਜੀ। ਤੇ ਇਹ ਸਾਡੇ ਲਈ ਮਤਲਬ ਸਾਡੇ ਲਈ ਓਨਾ ਹੀ ਬੈਟਰ ਹੋਵੇਗਾ ਜਿੰਨਾ ਅਸੀਂ ਇਸ ਚੀਜ਼ ਦੇ ਉੱਪਰ, ਜਿੰਨੀ ਛੇਤੀ ਅਸੀਂ ਇਸ ਚੀਜ਼ ਦੇ ਉੱਪਰ ਜਿਹੜਾ ਅਸੀਂ ਵਰਕ ਕਰਨਾ ਸ਼ੁਰੂ ਕਰ ਦਈਏ। ਸਾਡੀਆਂ ਮਾਵਾਂ ਸਾਡੇ ਲਈ ਉਹ ਐਗਜ਼ਾਮਪਲ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਕਿੱਦਾਂ ਕੱਢੀ ਆ, ਠੀਕ ਹੈ। ਮਤਲਬ ਅਸੀਂ ਉਹਨਾਂ ਤੋਂ ਐਡਵਾਂਸ ਆ, ਉਹ ਤਾਂ ਜਨਰੇਸ਼ਨ ਗੈਪ ਤਾਂ ਹੁੰਦਾ ਹੀ ਹੁੰਦਾ ਵਾ, ਪਰ ਅਸੀਂ ਉਹਨਾਂ ਨੂੰ ਅੱਗੇ ਆ ਨਾ, ਅਸੀਂ ਉਹਨਾਂ ਤੋਂ ਐਡਵਾਂਸ ਆ, ਠੀਕ ਹੈ। ਤੇ ਅਸੀਂ ਇਸ ਤੋਂ ਵੀ ਅੱਗੇ ਜਾਣਾ, ਅਸੀਂ ਆਪਣੇ ਉੱਪਰ ਕੰਮ ਕਰਨਾ, ਆਪਣੇ ਨਾਂ ਦੇ ਲਈ ਕੰਮ ਕਰਨਾ, ਠੀਕ ਹੈ। ਅਸੀਂ ਆਪਣੇ ਆਪ ਦੇ ਵਿੱਚ ਸਟੈਂਡ ਹੋਣਾ ਹਰ ਤਰ੍ਹਾਂ ਦੇ ਨਾਲ, ਇਕਨੋਮਿਕਲੀ, ਮੈਂਟਲੀ, ਇਮੋਸ਼ਨਲੀ, ਵੈਰੀ ਇੰਪੋਰਟੈਂਟ, ਇਮੋਸ਼ਨਲੀ ਹੋਣਾ। ਕਿਉਂਕਿ ਮੈਰਿਜ ਤੋਂ ਬਾਅਦ ਸਾਨੂੰ ਨਹੀਂ ਪਤਾ ਸਾਡੇ ਜ਼ਿੰਦਗੀ ਦੇ ਵਿੱਚ ਕਿਹੜੀ ਪ੍ਰੋਬਲਮ ਕਿਹੜੇ ਰੂਪ ਦੇ ਵਿੱਚ ਆ ਕੇ ਖੜੀ ਹੋ ਜਾਣੀ ਆ, ਵੀ ਡੋਂਟ ਨੋ, ਠੀਕ ਹੈ। ਇਹਦੇ ਲਈ ਸਾਨੂੰ ਹਰ ਤਰ੍ਹਾਂ ਦੀ ਪ੍ਰੋਬਲਮ ਦੇ ਲਈ ਸਾਨੂੰ 100% ਰੈਡੀ ਰਹਿਣਾ ਚਾਹੀਦਾ, ਮੈਂਟਲੀ ਵੀ, ਇਮੋਸ਼ਨਲੀ ਵੀ। ਬਾਕੀ ਉਹ ਪਰਮਾਤਮਾ, ਮੈਂ ਤਾਂ ਕਹਿੰਦੀ ਹਰ ਵਾਹਿਗੁਰੂ ਜਿਹੜਾ ਹੈਗਾ, ਹਰ ਜਿਹੜਾ ਕੁੜੀ ਦੀ ਜਿਹੜੀ ਮੈਰਿਜ ਲਾਈਫ ਉਹ ਇੰਨੀ ਕੁ ਖੁਸ਼ੀਆਂ ਭਰੀ ਹੋਵੇ, ਇੰਨੀ ਕੁ ਖੁਸ਼ੀਆਂ ਭਰੀ ਹੋਵੇ। ਔਰ ਮੈਂ ਇਹ ਸੁਣਨਾ ਚਾਹੁੰਦੀ ਹਾਂ ਕਿ ਸਾਰੀਆਂ ਕੁੜੀਆਂ ਕਹਿਣ ਕਿ ਮੈਰਿਜ ਤੋਂ ਬਾਅਦ ਸਾਡੀ ਲਾਈਫ ਬਿਲਕੁਲ ਚੇਂਜ ਨਹੀਂ ਹੋਈ, ਬਹੁਤ ਸੋਹਣੀ ਆ, ਬਹੁਤ ਅੱਛੀ ਆ। ਇਹ ਮੈਂ ਹਰ ਕੁੜੀ ਦੇ ਮੂੰਹ ਤੋਂ ਸੁਣਨਾ ਚਾਹੁੰਦੀ ਹਾਂ, ਔਰ ਮੇਰੀ ਇਹ ਆਸ ਆ ਕਿ ਅਸੀਂ ਇਹ ਬਹੁਤ ਛੇਤੀ ਸੁਣਾਂਗੇ ਜੀ। ਹਾਂਜੀ, ਬਿਲਕੁਲ ਸਹੀ ਮਨੀਤ, ਤੁਸੀਂ ਬਹੁਤ ਹੀ ਇੰਸਪੀਰੇਸ਼ਨਲ ਵਰਡਸ ਕਹੇ ਕੁੜੀਆਂ ਨੂੰ ਕਿ ਉਹਨਾਂ ਨੂੰ ਸਟਰੋਂਗ ਬਣਨ ਦੀ ਲੋੜ ਹੈ, ਇਮੋਸ਼ਨਲੀ, ਮੈਂਟਲੀ, ਫਿਜ਼ੀਕਲੀ, ਫਾਈਨੈਂਸ਼ਲੀ ਇੰਡੀਪੈਂਡੈਂਟ ਬਣਨ ਦੀ ਲੋੜ ਹੈ, ਤਾਂ ਕਿ ਫਿਊਚਰ ਕੋਈ ਚੈਲੰਜ ਆਏ ਵੀ ਤਾਂ ਚੈਲੰਜ ਲੱਗੇ ਨਾ, ਉਹ ਪਹਿਲਾਂ ਹੀ ਪਤਾ ਹੋਵੇ ਕਿ ਜੇ ਏਦਾਂ ਹੋਇਆ ਤੇ ਮੈਂ ਕੀ ਕਰਨਾ, ਤੇ ਮੈਂ ਕੀ ਕਰ ਸਕਦੀ ਹਾਂ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ, ਬਹੁਤ ਵਧੀਆ ਕਿ ਗਰਲਸ ਨੂੰ ਆਪਣੀ ਪ੍ਰਾਪਰਟੀ ਬਣਾਉਣੀ ਚਾਹੀਦੀ ਹੈ, ਕਿਉਂਕਿ ਹੁਣ ਉਹ ਟਾਈਮ ਆ ਗਿਆ ਕਿ ਉਹ ਪੁਰਾਣਾ ਸਿਨੈਰੀਓ ਖਤਮ ਹੋ ਰਿਹਾ ਆ, ਉਹਨੂੰ ਬਦਲਣ ਦੀ ਲੋੜ ਹੈ ਕਿ ਆਪਾਂ ਡਿਪੈਂਡੈਂਟ ਹੀ ਰਹਿਣਾ ਕਿਸੇ ਨਾ ਕਿਸੇ ਤੇ। ਅਗਰ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਨਹੀਂ ਆ, ਆਪਣਾ ਕੋਈ ਇਨਕਮ ਦਾ ਸੋਰਸ ਨਹੀਂ ਆ ਅੱਛਾ ਵਾਲਾ, ਆਪਣਾ ਬੈਂਕ ਬੈਲੈਂਸ ਨਹੀਂ ਆ, ਇਟ ਮੀਨਸ ਕਦੀ ਵੀ ਕੋਈ ਚੈਲੰਜ ਆਉਂਦਾ ਤੁਸੀਂ ਫੈਮਿਲੀ ਤੇ ਡਿਪੈਂਡੈਂਟ ਆ, ਬਟ ਤੁਸੀਂ ਖੁਦ ਕਿਸੇ ਤੇ ਡਿਪੈਂਡੈਂਟ ਆ ਤੇ ਤੁਸੀਂ ਕੀ ਸਮਾਜ ਨੂੰ ਦਵੋਗੇ, ਤੁਸੀਂ ਕਿੱਦਾਂ ਉਮੀਦ ਰੱਖ ਸਕਦੇ ਆ ਕਿ ਅਸੀਂ ਕਦੀ ਕਿਸੇ ਦੀ ਹੈਲਪ ਕਰਾਂਗੇ, ਕਿਸੇ ਨੂੰ ਜ਼ਰੂਰਤ ਦੇ ਟਾਈਮ ਅਸੀਂ ਕੋਈ ਸਪੋਰਟ ਦੇ ਸਕਾਂਗੇ। ਉਹ ਤਾਂ ਅਸੀਂ ਕਿਸੇ ਲਈ ਕੁਝ ਤਾਂ ਹੀ ਕਰਾਂਗੇ ਨਾ ਜੇ ਅਸੀਂ ਖੁਦ ਸક્ષਮ ਆ, ਅਸੀਂ ਆਪਣੇ ਲਈ ਸਾਰਾ ਕੁਝ ਖੁਦ ਕਰ ਸਕਦੇ ਆ, ਸਾਨੂੰ ਕਿਸੇ ਤੋਂ ਹੈਲਪ ਲੈਣ ਦੀ ਲੋੜ ਨਹੀਂ ਪੈਂਦੀ। ਚਾਹੇ ਫੈਮਿਲੀ ਦਾ ਫਰਜ਼ ਬਣਦਾ ਹੈਲਪ ਕਰਨਾ, ਸਪੋਰਟ ਕਰਨਾ, ਇਮੋਸ਼ਨਲੀ ਵੀ ਹਰ ਤਰ੍ਹਾਂ ਨਾਲ, ਪਰ ਫਿਰ ਵੀ ਲੜਕੀਆਂ ਨੂੰ ਇਹ ਸੋਚਣ ਦੀ ਲੋੜ ਹੈ, ਮੈਂ ਕਹਾਂਗੀ ਕਿ ਉਹਨਾਂ ਨੂੰ ਉਹ ਡਿਪੈਂਡੈਂਟ ਨਾ ਰਹਿਣ ਕਿਸੇ ਤੇ ਵੀ, ਉਹ ਇੰਨੀਆਂ ਸਟਰੋਂਗ ਬਣ ਜਾਣ, ਇੰਨੀਆਂ ਉਹ ਆਪਣੇ ਫਿਊਚਰ ਨੂੰ ਦੇਖ ਸਕਣ ਪਹਿਲਾਂ ਹੀ, ਬਿਫੋਰ ਮੈਰਿਜ ਹੀ ਇੰਨੀਆਂ ਉਹਨਾਂ ਦਾ ਪ੍ਰੈਪਰੇਸ਼ਨ ਹੋ ਜਾਏ ਕਿ ਉਹ ਕਿਸੇ ਵੀ ਆਉਣ ਵਾਲੇ ਚੈਲੰਜ ਲਈ ਤਿਆਰ ਹੋਣ, ਔਰ ਉਹਨਾਂ ਨੂੰ ਉਹ ਚੈਲੰਜ ਉਹ ਛੁੱਟੀਆਂ 'ਚ ਓਵਰਕਮ ਕਰ ਲੈਣ। ਕਿਉਂਕਿ ਕਿਹਾ ਜਾਂਦਾ ਨਾ ਕਿ ਜ਼ੁਲਮ ਕਰਨਾ ਜੇ ਗਲਤ ਹੈ ਤੇ ਜ਼ੁਲਮ ਸਹਿਣਾ ਵੀ ਉਨਾ ਹੀ ਵੱਡਾ ਪਾਪ ਹੈ।
ਜੀ ਜੇ ਬਿਲਕੁਲ ਤੁਸੀਂ ਇੰਡੀਪੈਂਡੈਂਟ ਨਹੀਂ ਆ, ਸਟਰੋਂਗ ਨਹੀਂ ਆ, ਤੇ ਇਹਦਾ ਮਤਲਬ ਤੁਸੀਂ ਤੁਹਾਡੇ ਨਾਲ ਜੋ ਹੋ ਰਿਹਾ ਤੁਸੀਂ ਤੁਹਾਨੂੰ ਬਰਦਾਸ਼ਤ ਕਰਨ ਦੇ ਇਲਾਵਾ ਤੁਹਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਹੈ। ਬਹੁਤ ਵਾਰ ਤੇ ਦੇਖਿਆ ਜਾਂਦਾ ਕਿ ਗਰਲਸ ਨੂੰ ਸਹੁਰੇ ਘਰ ਹਾਂਜੀ ਤੇ ਕੁਝ ਕਹਿਣਾ ਚਾਹ ਰਹੇ ਹੋ ਸੁਣੀ। ਸੌਰੀ ਤੇ ਮੇਰੇ ਜੇ ਤੁਸੀਂ ਇੰਡੀਪੈਂਡੈਂਟ ਨਹੀਂ ਹੋ ਨਾ ਤਾਂ ਮੈਨੂੰ ਲੱਗਦਾ ਫਿਰ ਤੁਹਾਨੂੰ ਮੈਰਿਜ ਨਹੀਂ ਕਰਾਉਣੀ ਚਾਹੀਦੀ। ਸੌਰੀ ਇਹ ਮੇਰੇ ਪਰਸਨਲ ਵਿਊ ਪਰ ਮੈਂ ਜ਼ਰੂਰ ਕਹਿਣਾ ਚਾਹਾਂਗੀ ਫਿਰ ਤੁਹਾਨੂੰ ਡੋਂਟ ਗੋ ਫॉर ਮੈਰਿਡ ਲਾਈਫ ਯਾ ਹਾਂ ਬਿਲਕੁਲ, ਕਿਉਂਕਿ ਉਸ ਕੇਸ 'ਚ ਅਗਰ ਤੁਸੀਂ ਮੈਰਿਜ ਕਰਾਉਂਦੇ ਆ ਤੇ ਫਿਰ ਤੁਸੀਂ ਜਾਂ ਤਾਂ ਮੈਂਟਲੀ ਇਸ ਚੀਜ਼ ਲਈ ਪ੍ਰਿਪੇਅਰ ਹੋ ਜਾਓ ਕਿ ਤੁਹਾਨੂੰ ਹਰ ਕੰਮ ਸਹੁਰਿਆਂ ਦੇ ਹਿਸਾਬ ਨਾਲ ਕਰਨਾ ਪੈਣਾ, ਹਰ ਕੰਮ ਹਸਬੈਂਡ ਜਾਂ ਫੈਮਿਲੀ ਦੇ ਹਿਸਾਬ ਨਾਲ ਕਰਨਾ ਪੈਣਾ, ਤੁਹਾਡਾ ਦਿਲ ਚਾਹੇ ਕੁਝ ਵੀ ਕਹਿੰਦਾ ਹੈ, ਕਿਉਂਕਿ ਤੁਸੀਂ ਜੀ ਡਿਪੈਂਡੈਂਟ ਹੈ ਕਿਸੇ ਤੇ। ਜੀ ਇਸ ਖਾਣਾ ਲਈ ਪੀਣਾ ਮੈਰਿਜ ਤੋਂ ਪਹਿਲਾਂ ਹੀ ਜੀ ਖਾਣਾ ਪੀਣਾ ਉੱਠਣਾ ਬੈਠਣਾ ਬਿਲਕੁਲ ਜੀ ਉਹਨਾਂ ਦੇ ਅਕੋਰਡਿੰਗ ਕਰਨਾ ਪੈਣਾ ਇਹ ਹਮ, ਸੱਚਾਈ ਹੈ ਇਹ ਬਿਟਰ ਟਰੂਥ ਆ ਕੋਈ ਮੰਨੇ ਚਾਹੇ ਨਾ ਮੰਨੇ ਦਿਸ ਇਜ਼ ਬਿਲਕੁਲ ਅ ਬਿਟਰ ਟਰੂਥ ਯਾ ਬਿਲਕੁਲ। ਔਰ ਮੈਂ ਵੀ ਇੱਥੇ ਇਹ ਵੀ ਚੀਜ਼ ਕਹਿਣਾ ਚਾਹੁੰਦੀ ਕਿ ਕਈ ਵਾਰੀ ਜਿੱਦਾਂ ਅਸੀਂ ਕਹਿੰਦੇ ਨਾ ਕਿ ਸਮਝਿਆ ਜਾਂਦਾ, ਬਹੁਤ ਵਾਰੀ ਤੁਸੀਂ ਵੀ ਜ਼ਰੂਰ ਸੁਣਿਆ ਹੋਏਗਾ ਕਿ ਕੁੜੀਆਂ ਨੂੰ ਬੋਝ ਸਮਝਿਆ ਜਾਂਦਾ। ਜੇ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਣ, ਇੰਨੀਆਂ ਸક્ષਮ ਹੋ ਜਾਣ ਵੀ ਉਹ ਆਪਣਾ ਖਰਚਾ ਵੀ ਚੱਕ ਸਕਦੀਆਂ ਤੇ ਆਪਣੇ ਪਰਿਵਾਰ ਨੂੰ ਵੀ ਸਹੀ ਢੰਗ ਨਾਲ ਪਾਲਣ ਪੋਸ਼ਣ ਦੇ ਵਿੱਚ ਮਦਦ ਕਰ ਸਕਦੀਆਂ ਜਾਂ ਕਰ ਸਕਦੀਆਂ, ਤਾਂ ਜਿਹੜੇ ਆਹ ਵਾਲਾ ਸਲੋਗਨ ਹੈ ਨਾ, ਆਹ ਵਾਲੀ ਟੈਗਲਾਈਨ ਹੈ ਕਿ ਕੁੜੀਆਂ ਬੋਝ, ਉਹ ਚੀਜ਼ ਵੀ ਖਤਮ ਹੋ ਜਾਊਗੀ। ਉਹ ਚੀਜ਼ ਦਿਲੋਂ ਨਿਕਲ ਜਾਊਗੀ ਸਾਰਿਆਂ ਦੇ ਜਦੋਂ ਕੁੜੀਆਂ ਨੇ ਖੁਦ ਨੂੰ ਹਰ ਪਾਸੇ ਪ੍ਰੂਵ ਕਰਤਾ। ਲੇਕਿਨ ਹਾਂ, ਉਹਦੇ ਲਈ ਦੋਨਾਂ ਦਾ ਤਾਲਮੇਲ ਹੋਣਾ, ਸਮਾਜ ਨੂੰ ਵੀ ਉਹਨੇ ਸਸ਼ਕਤੀਕਰਨ ਪ੍ਰਦਾਨ ਕਰਨਾ ਚਾਹੀਦਾ ਹੈ ਤੇ ਕੁੜੀ ਨੂੰ ਆਪ ਵੀ ਇੰਨੀ ਹਿੰਮਤ ਰੱਖਣੀ ਚਾਹੀਦੀ ਕਿ ਉਹ ਇਹ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਇਹ ਚੀਜ਼ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਬਈ ਕੋਈ ਕਰੂਗਾ, ਪਿਓ ਕਰੂਗਾ ਜਾਂ ਪਤੀ ਕਰੂਗਾ ਤਾਂ ਹੀ ਮੇਰਾ ਕੁਝ ਹੋਣਾ ਹੈ ਨਾ। ਤੇ ਬਿਲਕੁਲ ਬਿਲਕੁਲ ਸਹੀ ਹੈ। ਹਾਂਜੀ ਬਿਲਕੁਲ, ਜੇ ਗਰਲਸ ਆਪਣਾ ਬ੍ਰਾਈਟ ਫਿਊਚਰ ਚਾਹੁੰਦੀਆਂ ਔਰ ਆਪਣੇ ਦਿਲ ਦੇ ਸਾਰੇ ਖੁਆਬ ਪੂਰੇ ਕਰਨਾ ਚਾਹੁੰਦੀਆਂ ਤੇ ਪਹਿਲਾਂ ਉਹਨਾਂ ਨੂੰ ਖੁਦ ਨੂੰ ਇੰਨਾ ਸਟਰੋਂਗ, ਇੰਨਾ ਇੰਡੀਪੈਂਡੈਂਟ ਬਣਨ ਦੀ ਲੋੜ ਆ ਕਿ ਕੋਈ ਕਿਸੇ ਨੂੰ ਨਾ ਲੱਗੇ ਕਿ ਸਾਡੇ ਤੇ ਬੋਝ ਹੈ, ਸਾਡੀ ਰਿਸਪੌਂਸਿਬਿਲਿਟੀ ਆ। ਨਾ ਸਹੁਰਿਆਂ ਨੂੰ ਕਦੀ ਲੱਗੇ ਕਿ ਅਸੀਂ ਇਹਨੂੰ ਸਪੋਰਟ ਕਰਦੇ ਹਾਂ, ਸ਼ਾਇਦ ਨਾ ਪੇਰੈਂਟਸ ਨੂੰ ਕਦੀ ਲੱਗੇ, ਜਦਕਿ ਤੁਹਾਡੇ ਤੇ ਪ੍ਰਾਊਡ ਹੋਣੇ ਚਾਹੀਦੇ ਆ ਤੁਹਾਡੇ ਪੇਰੈਂਟਸ ਵੀ ਤੇ ਇਨ-ਲॉज ਵੀ ਕਿ ਕਿੰਨਾ ਕੁਝ ਕਰ ਰਹੀ ਹੈ ਲੜਕੀ। ਤੇ ਉਹਦੇ ਲਈ ਉਹੀ ਐਜੂਕੇਸ਼ਨ ਦਾ ਮੇਨ ਰੋਲ ਹੈ ਹੀ ਹੈ। ਬਾਕੀ ਜਿਹੜੀਆਂ ਗੱਲਾਂ ਆਲਰੇਡੀ ਡਿਸਕਸ ਹੋ ਗਈਆਂ ਸਾਰੀਆਂ ਵੱਲ ਲੜਕੀਆਂ ਨੂੰ ਧਿਆਨ ਦੇਣ ਦੀ ਲੋੜ ਹੈ। ਤੇ ਮੈਂ ਇਹੀ ਚਾਹਾਂਗੀ ਕਿ ਸਾਰੀਆਂ ਕੁੜੀਆਂ ਸਾਡੇ ਸਮਾਜ ਦੀਆਂ ਇੰਡੀਪੈਂਡੈਂਟ ਹੋਣ, ਸਟਰੋਂਗ ਹੋਣ, ਤਾਂ ਕਿ ਉਹਨਾਂ ਦੀ ਲਾਈਫ 'ਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਹੈ, ਬਾਰ-ਬਾਰ ਸੁਣਨ ਨੂੰ ਮਿਲਦਾ, ਨਿਊਜ਼ ਪੜ੍ਹਨ ਨੂੰ ਮਿਲਦਾ, ਉਹਨਾਂ ਨੂੰ ਉਹ ਚੰਗੀ ਤਰ੍ਹਾਂ ਓਵਰਕਮ ਕਰ ਸਕਣ ਤੇ ਖੁਸ਼ਹਾਲ ਜ਼ਿੰਦਗੀ ਜੀ ਸਕਣ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ।